ਅੱਜ ਅਸੀਂ ਕੋਰਸ ਕੋਡ BECC 133 Principles of Macroeconomics Part 1 ਦਾ ਟੌਪਿਕ ਫਿਸਕਲ ਪਾਲਿਸੀ ਇਨ ਕੇਂਜੀਅਨ ਮਾਡਲ ਕੇਂਜ ਮਾਡਲ ਵਿੱਚ ਰਾਜਕੋਸ਼ੀ ਨੀਤੀ ਦਾ ਕੀ ਯੋਗਦਾਨ ਹੈ ਉਸ ਨੂੰ ਅਸੀਂ ਡਿਸਕਸ ਕਰਾਂਗੇ। ਪਿਛਲੇ ਲੈਕਚਰ 'ਚ ਅਸੀਂ ਦੋ ਸੈਕਟਰ ਲੈ ਕੇ ਹਾਊਸਹੋਲਡ ਸੈਕਟਰ ਅਤੇ ਬਿਜ਼ਨਸ ਸੈਕਟਰ ਲੈ ਕੇ ਕੇਂਜੀਅਨ ਮਾਡਲ ਨੂੰ ਡਿਸਕਸ ਕੀਤਾ ਸੀ ਕਿ ਕੇਂਜ ਦੁਆਰਾ ਇਨਕਮ ਅਤੇ ਉਤਪਾਦਨ ਦਾ ਨਿਰਧਾਰਨ ਕਿਵੇਂ ਹੁੰਦਾ ਸੰਤੁਲਨ ਦੀ ਹਾਲਤ ਵਿੱਚ। ਜੇ ਅਸੀਂ ਗੌਰਮੈਂਟ ਸੈਕਟਰ ਨੂੰ ਵੀ ਇਸ ਸੈਕਟਰ ਦੇ ਵਿੱਚ ਮਤਲਬ ਦੋ ਸੈਕਟਰ ਦੇ ਵਿੱਚ ਸ਼ਾਮਿਲ ਕਰ ਲਈਏ ਤਾਂ ਜਿਹੜਾ ਕੁੱਲ ਮੰਗ ਹੈ ਜਾਂ ਐਗਰੀਗੇਟ ਡਿਮਾਂਡ ਉਹ ਬਣ ਜਾਏਗੀ ਕੰਜ਼ੰਪਸ਼ਨ ਪਲੱਸ ਇਨਵੈਸਟਮੈਂਟ ਪਲੱਸ ਗੌਰਮੈਂਟ ਸੈਕਟਰ ਇਨਵੈਸਟਮੈਂਟ ਪਲੱਸ ਗੌਰਮੈਂਟ ਐਕਸਪੈਂਡੀਚਰ। ਤਾਂ ਗੌਰਮੈਂਟ ਸੈਕਟਰ ਜੇ ਅਸੀਂ ਸ਼ਾਮਿਲ ਕਰਦੇ ਹਾਂ ਕੁੱਲ ਮੰਗ ਦੇ ਵਿੱਚ ਤਾਂ ਗੌਰਮੈਂਟ ਕੋਲ ਇੱਕ ਪਾਵਰ ਹੁੰਦੀ ਹੈ ਕਿ ਉਹ ਆਪਣੀ ਆਮਦਨ ਨੂੰ ਰੇਜ਼ ਕਰ ਸਕਦੀ ਹੈ ਟੈਕਸ ਲਗਾ ਕੇ। ਜਦੋਂ ਸਰਕਾਰ ਲੋਕਾਂ ਦੀ ਆਮਦਨ 'ਤੇ ਟੈਕਸ ਲਗਾਉਂਦੀ ਹੈ ਤਾਂ ਜਿੰਨੀ ਅਮਾਊਂਟ ਦੇ ਵਿੱਚ ਜਿੰਨੀ ਮਾਤਰਾ ਵਿੱਚ ਟੈਕਸ ਲਗਾਉਂਦੀ ਹੈ ਉਨੀ ਮਾਤਰਾ ਵਿੱਚ ਉਹਨਾਂ ਦੀ ਇਨਕਮ ਜਿਹੜੀ ਆ ਉਹ ਘੱਟ ਜਾਂਦੀ ਹੈ। ਮਤਲਬ ਜਿਹੜੀ ਉਹਨਾਂ ਨੂੰ ਇਨਕਮ ਮਿਲਦੀ ਹੈ ਉਹਦੇ ਵਿੱਚੋਂ ਜੇ ਟੈਕਸਿਸ ਨੂੰ ਅਸੀਂ ਘਟਾ ਦਈਏ ਤਾਂ ਡਿਸਪੋਜ਼ੇਬਲ ਇਨਕਮ ਜਿਹੜੀ ਖਰਚਯੋਗ ਆਮਦਨ ਹੈ ਉਹ ਟੈਕਸ ਦੀ ਮਾਤਰਾ ਦੇ ਅਨੁਸਾਰ ਘੱਟ ਜਾਂਦੀ ਹੈ। ਅਤੇ ਜਦੋਂ ਸਰਕਾਰ ਖਰਚ ਕਰਦੀ ਹੈ ਵਸਤੂਆਂ ਅਤੇ ਸੇਵਾਵਾਂ 'ਤੇ ਜਾਂ ਲੋਕਾਂ ਦੀ ਭਲਾਈ 'ਤੇ ਤਾਂ ਲੋਕਾਂ ਨੂੰ ਇਹਨਾਂ ਦਾ ਕੁਝ ਫਾਇਦਾ ਹੁੰਦਾ ਹੈ, ਉਹਨਾਂ ਦੀ ਇਨਕਮ ਦੇ ਵਿੱਚ ਕੀ ਹੁੰਦਾ ਵਾਧਾ ਹੁੰਦਾ ਹੈ। ਅਤੇ ਇਸ ਤੋਂ ਇਲਾਵਾ ਗੌਰਮੈਂਟ ਨੂੰ ਕਈ ਵਾਰੀ ਜਦੋਂ ਉਹਨਾਂ ਦੀ ਇਨਕਮ ਉਹਨਾਂ ਦੀ ਰੈਵਨਿਊ ਜਿਹੜੀ ਹੈ ਐਕਸਪੈਂਡੀਚਰ ਦੇ ਨਾਲੋਂ ਘੱਟ ਜਾਵੇ ਤਾਂ ਇਸ ਨੂੰ ਇਸ ਸਿਚੁਏਸ਼ਨ ਨੂੰ ਅਸੀਂ ਬਜਟ ਡੈਫਿਸਿਟ ਕਹਿੰਦੇ ਹਾਂ। ਅਤੇ ਜਦੋਂ ਉਹਨਾਂ ਦੇ ਐਕਸਪੈਂਡੀਚਰ ਜਿਹੜੇ ਨੇ ਘੱਟ ਹੋਣ ਅਤੇ ਰੈਵਨਿਊ ਜ਼ਿਆਦਾ ਹੋਵੇ ਇਨਕਮ ਜ਼ਿਆਦਾ ਹੋਵੇ ਤਾਂ ਉਸ ਨੂੰ ਅਸੀਂ ਬਜਟ ਸਰਪਲਸ ਕਹਿੰਦੇ ਹਾਂ। ਤਾਂ ਗੌਰਮੈਂਟ ਆਪਣੀ ਜਿਹੜੀ ਫਿਸਕਲ ਪਾਲਿਸੀ ਹੈ ਫਿਸਕਲ ਪਾਲਿਸੀ ਨੂੰ ਅਸੀਂ ਰਾਜਕੋਸ਼ੀ ਨੀਤੀ ਕਹਿੰਦੇ ਹਾਂ। ਇਸ ਵਿੱਚ ਤਬਦੀਲੀ ਕਰਦੀ ਹੈ ਟੈਕਸਿਸ ਦੇ ਵਿੱਚ ਵੇਰੀਏਸ਼ਨ ਕਰਕੇ ਤਬਦੀਲੀ ਕਰਕੇ ਜਾਂ ਗੌਰਮੈਂਟ ਐਕਸਪੈਂਡੀਚਰ ਕਰਕੇ ਤਾਂ ਕਿ ਗੌਰਮੈਂਟ ਦੇ ਜੋ ਓਬਜੈਕਟਿਵਸ ਨੇ ਜੋ ਉਦੇਸ਼ ਨੇ ਤਾਂ ਉਹਨਾਂ ਉਦੇਸ਼ਾਂ ਨੂੰ ਉਹ ਪੂਰਾ ਕਰ ਸਕੇ। ਤਾਂ ਜੇ ਅਸੀਂ ਦੇਖੀਏ ਤਾਂ ਜਿਹੜਾ ਇਕੁਇਲੀਬਰੀਅਮ ਲੈਵਲ ਆਫ ਇਨਕਮ ਅਤੇ ਆਊਟਪੁੱਟ ਐਗਰੀਗੇਟ ਡਿਮਾਂਡ ਜਿਸ ਤਰ੍ਹਾਂ ਇਸ ਸਲਾਈਡ 'ਚ ਦਿਖਾਇਆ ਗਿਆ ਹੈ ਕਿ ਕੰਜ਼ੰਪਸ਼ਨ ਪਲੱਸ ਇਨਵੈਸਟਮੈਂਟ ਪਲੱਸ ਗੌਰਮੈਂਟ ਐਕਸਪੈਂਡੀਚਰ। ਤਾਂ ਇਸ ਦੇ ਵਿੱਚ ਸੀ ਕੀ ਹੈ ਕੰਜ਼ੰਪਸ਼ਨ, ਆਈ ਜਿਹੜੀ ਹੈ ਉਹ ਪਲੈਨਡ ਜਾਂ ਆਟੋਨਮਸ ਇਨਵੈਸਟਮੈਂਟ ਹੈ। ਆਟੋਨਮਸ ਇਨਵੈਸਟਮੈਂਟ ਨੂੰ ਅਸੀਂ ਪੰਜਾਬੀ 'ਚ ਸੁਤੰਤਰ ਨਿਵੇਸ਼ ਕਹਿੰਦੇ ਹਾਂ। ਸੁਤੰਤਰ ਨਿਵੇਸ਼ ਕੀ ਹੁੰਦਾ ਹੈ ਉਹ ਨਿਵੇਸ਼ ਜਿਹੜਾ ਕਿ ਆਮਦਨ ਜਾਂ ਲਾਭ ਦੇ ਪੱਧਰ ਤੋਂ ਸੁਤੰਤਰ ਹੁੰਦਾ। ਮਤਲਬ ਆਮਦਨ ਚਾਹੇ ਘੱਟ ਹੋਵੇ ਚਾਹੇ ਵੱਧ ਹੋਵੇ ਇਹ ਨਿਵੇਸ਼ ਅਸੀਂ ਕਰਨਾ ਹੀ ਹੈ। ਇਹ ਜਿਹੜਾ ਨਿਵੇਸ਼ ਹੈ ਅਸੀਂ ਮੰਨ ਕੇ ਚੱਲਦੇ ਹਾਂ ਇਹ ਫਿਕਸਡ ਹੈ ਜਾਂ ਕੌਨਸਟੈਂਟ। ਤਾਂ ਗੌਰਮੈਂਟ ਜਿਸ ਤਰ੍ਹਾਂ ਮੈਂ ਹੁਣੇ ਦੱਸਿਆ ਕਿ ਵਿਅਕਤੀਆਂ ਤੋਂ ਟੈਕਸ ਨੂੰ ਇਕੱਠਾ ਕਰਦੀ ਹੈ ਅਤੇ ਜਦੋਂ ਟੈਕਸ ਤੋਂ ਇਕੱਠਾ ਕਰਦੀ ਹੈ ਤਾਂ ਕੰਜ਼ੰਪਸ਼ਨ ਦੇ ਵਿੱਚ ਕੁਝ ਚੇਂਜਸ ਆਉਂਦੀਆਂ ਕੰਜ਼ੰਪਸ਼ਨ ਜਿਹੜੀ ਹੈ ਉਹ ਕਰਦੀ ਹੈ। ਅਤੇ ਕੰਜ਼ੰਪਸ਼ਨ ਜਿਹੜੀ ਹੈ ਅਸੀਂ ਮੰਨਦੇ ਹਾਂ ਕਿ ਡਿਸਪੋਜ਼ੇਬਲ ਇਨਕਮ 'ਤੇ ਨਿਰਭਰ ਕਰਦੀ ਹੈ ਨਾ ਕਿ ਟੋਟਲ ਇਨਕਮ। ਜੇ ਲੈਫਟ ਸਾਈਡ 'ਤੇ ਵਾਈ ਡੀ ਕੀ ਹੈ ਡਿਸਪੋਜ਼ੇਬਲ ਇਨਕਮ। ਡਿਸਪੋਜ਼ੇਬਲ ਇਨਕਮ ਕੀ ਹੋਗੀ ਇਨਕਮ ਦੇ ਵਿੱਚੋਂ ਟੀ ਏ ਕੀ ਹੈ ਟੈਕਸ। ਤਾਂ ਜੇ ਇਨਕਮ ਦੇ ਵਿੱਚੋਂ ਅਸੀਂ ਟੈਕਸ ਮਾਈਨਸ ਕਰ ਦਈਏ ਟੈਕਸ ਨੂੰ ਘਟਾ ਦਈਏ ਤਾਂ ਇਹ ਬਣ ਜਾਂਦੀ ਹੈ ਡਿਸਪੋਜ਼ੇਬਲ ਇਨਕਮ ਜਾਂ ਖਰਚਯੋਗ ਆਮਦਨ। ਇੱਕ ਹੋਰ ਜਿਹੜਾ ਕੰਪੋਨੈਂਟ ਹੈ ਘਟਕ ਹੈ ਜਿਹੜਾ ਕਿ ਗੌਰਮੈਂਟ ਕਰਦੀ ਹੈ ਉਹ ਹੈ ਟ੍ਰਾਂਸਫਰ ਇਨਕਮ। ਟ੍ਰਾਂਸਫਰ ਇਨਕਮ ਕੀ ਹੁੰਦੀ ਹੈ ਤਾਂ ਇਨਕਮ ਵਿਚ ਵੀ ਰਿਸੀਵ ਬਟ ਡੋਂਟ ਅਰਨ। ਮਤਲਬ ਜਿਸ ਆਮਦਨ ਨੂੰ ਅਸੀਂ ਪ੍ਰਾਪਤ ਤਾਂ ਕਰਦੇ ਹਾਂ ਪਰੰਤੂ ਇਸ ਨੂੰ ਅਸੀਂ ਉਹਦੇ ਬਦਲੇ ਕੰਮ ਨਹੀਂ ਕਰਦੇ। ਜਿਸ ਤਰ੍ਹਾਂ ਗੌਰਮੈਂਟ ਕਈ ਤਰ੍ਹਾਂ ਦੀਆਂ ਸਬਸਿਡੀਜ਼ ਪ੍ਰੋਵਾਈਡ ਕਰਦੀ ਹੈ ਰਿਆਇਤਾਂ ਪ੍ਰੋਵਾਈਡ ਕਰਦੀ ਹੈ। ਗੌਰਮੈਂਟ ਜਿਹੜੀ ਹੈ ਓਲਡ ਏਜ ਪੈਨਸ਼ਨਸ ਪ੍ਰੋਵਾਈਡ ਕਰਦੀ ਹੈ। ਗੌਰਮੈਂਟ ਜਿਹੜੀ ਹੈ ਉਹ ਟੈਕਸ ਨੂੰ ਘਟਾ ਕੇ ਇਨਕਮ
ਅਤੇ ਅਨਇੰਪਲੋਇਮੈਂਟ ਅਲਾउंसेस ਪ੍ਰੋਵਾਈਡ ਕਰਦੀ ਹੈ, ਸਕੋਲਰਸ਼ਿਪ ਕਈ ਤਰ੍ਹਾਂ ਦੇ ਪ੍ਰੋਵਾਈਡ ਕਰਦੀ ਹੈ। ਤਾਂ ਗੌਰਮੈਂਟ ਜਦੋਂ ਇਸ ਤਰ੍ਹਾਂ ਦੀ ਇਨਕਮ ਨੂੰ ਟ੍ਰਾਂਸਫਰ ਕਰਦੀ ਹੈ ਇੰਡੀਵਿਜੂਅਲਸ ਨੂੰ, ਤਾਂ ਗੌਰਮੈਂਟ ਦੀ ਜਿਹੜੀ ਇਨਕਮ ਹੈ ਉਹ ਘੱਟ ਜਾਂਦੀ ਹੈ ਅਤੇ ਇੰਡੀਵਿਜੂਅਲ ਦੀ ਇਨਕਮ ਕੀ ਹੈ ਉਹ ਵੱਧ ਜਾਂਦੀ ਹੈ। ਠੀਕ ਹੈ, ਪਰੰਤੂ ਇਸ ਇਨਕਮ ਨੂੰ ਪ੍ਰਾਪਤ ਕਰਨ ਦੇ ਬਦਲੇ ਜਿਹੜੇ ਵਿਅਕਤੀ ਨੇ ਕੋਈ ਉਤਪਾਦਨ ਨਹੀਂ ਕਰਦੇ, ਤਾਂ ਡਿਸਪੋਜ਼ੇਬਲ ਇਨਕਮ ਦਾ ਮਤਲਬ ਹੋ ਗਿਆ ਕਿ ਜਿਹੜੀ ਇਨਕਮ ਸਾਨੂੰ ਮਿਲਦੀ ਹੈ, ਗ੍ਰੋਸ ਇਨਕਮ ਦੀ ਟੋਟਲ ਇਨਕਮ ਸਾਨੂੰ ਮਿਲਦੀ ਹੈ, ਉਸ ਇਨਕਮ ਦੇ ਵਿੱਚੋਂ ਜੇ ਅਸੀਂ ਟੈਕਸ ਦੀ ਮਾਤਰਾ ਨੂੰ TA ਘਟਾ ਦਈਏ ਅਤੇ ਜਿਹੜੀ ਟ੍ਰਾਂਸਫਰ ਇਨਕਮ ਹੈ, ਜਿਹੜੀ ਸਾਨੂੰ ਸਕੋਲਰਸ਼ਿਪ ਦੇ ਵਿੱਚ, ਅਨਐਮਪਲੋਇਮੈਂਟ ਅਲਾउंसेस ਦੇ ਵਿੱਚ ਜਾਂ ਕਿਸੇ ਹੋਰ ਵਿੱਚ ਸਰਕਾਰ ਤੋਂ ਪ੍ਰਾਪਤ ਹੁੰਦੀ ਹੈ, ਉਸ ਨੂੰ ਐਡ ਕਰ ਲਈਏ, ਤਾਂ ਇਹ ਸਾਡੇ ਕੋਲ ਕੀ ਬਣ ਜਾਂਦੀ ਹੈ, ਡਿਸਪੋਜ਼ੇਬਲ ਇਨਕਮ। ਤਾਂ ਹੁਣ ਇਹ ਜਿਹੜੀ YD ਹੈ, YD ਦੀ ਵੈਲਿਊ ਜਿਸ ਤਰ੍ਹਾਂ ਅਸੀਂ ਲਿਖਿਆ ਹੈ ਕਿ C C ਡੈਸ਼ ਪਲੱਸ CY, ਕੰਜੰਪਸ਼ਨ ਜਿਹੜੀ ਹੈ ਉਹ ਅਸੀਂ ਲਿਖਿਆ C ਬਾਰ ਵਿੱਚ ਆਟੋਨੋਮਸ ਕੰਜੰਪਸ਼ਨ, ਜਿਹੜੀ ਕਿ ਆਮਦਨ ਦੇ ਪੱਧਰ ਤੋਂ ਸੁਤੰਤਰ ਹੁੰਦੀ ਹੈ, ਪਲੱਸ C ਸਮਾਲ C ਦੀ ਮਾਰਜਨ ਡੋਮੈਸਟਿਕ ਕੰਜ਼ੂਮ, ਜਿਹੜੀ ਕਿ ਇਨਕਮ ਤੇ ਨਿਰਭਰ ਕਰਦੀ ਹੈ। ਇਨਕਮ ਵਧਣ ਦੇ ਨਾਲ ਨਾਲ ਅਸੀਂ ਪਿਛਲੇ ਲੈਕਚਰ 'ਚ ਕੀਤਾ ਸੀ ਕਿ ਮਾਰਜਨ ਡੋਮੈਸਟਿਕ ਕੰਜ਼ੂਮ ਜਿਹੜੀ ਹੈ ਉਹ ਇਨਕਮ ਵਧਣ ਨਾਲ ਪ੍ਰੋਪੈਂਸਿਟੀ ਟੂ ਕੰਜ਼ੂਮ ਕੀ ਹੈ, ਵੱਧਦੀ ਹੈ। ਤਾਂ ਇਸ Y ਦੇ ਵਿੱਚ ਜੇ ਅਸੀਂ ਸਬਸਟੀਟਿਊਟ ਕਰ ਦਈਏ ਕਿ C ਦੀ ਜਗ੍ਹਾ ਤੇ ਅਸੀਂ CY ਪਲੱਸ CYD ਐਡ ਕਰ ਦਈਏ, ਪਲੱਸ ਜਿਹੜਾ ਸਾਡੇ ਕੋਲ ਪਲੈਨਡ ਇਨਵੈਸਟਮੈਂਟ ਜਾਂ ਆਟੋਨੋਮਸ ਇਨਵੈਸਟਮੈਂਟ ਹੈ, ਪਲੱਸ ਗੌਰਮੈਂਟ ਐਕਸਪੈਂਡੀਚਰ, ਤਾਂ ਇਹ ਬਣ ਗਿਆ ਐਗਰੀਗੇਟ ਡਿਮਾਂਡ। ਤਾਂ ਹੁਣ ਇਸ ਨੂੰ ਜੇ ਅਸੀਂ ਰੀਸ਼ਫਲਿੰਗ ਕਰ ਦਈਏ ਤਾਂ ਐਗਰੀਗੇਟ ਡਿਮਾਂਡ ਜਿਹੜੀ ਹੈ, ਤਾਂ ਇਸ ਦੇ ਵਿੱਚ YD ਦੀ ਵੈਲਿਊ ਜੇ ਅਸੀਂ ਸਬਸਟੀਟਿਊਟ ਕਰ ਦਈਏ, YD ਦੀ ਵੈਲਿਊ ਅਸੀਂ ਕੀਤਾ ਹੈ ਕਿ ਇਨਕਮ ਦੇ ਵਿੱਚੋਂ ਟੈਕਸਿਸ ਘਟਾ ਦਿੰਦੇ ਹਾਂ ਅਤੇ ਟ੍ਰਾਂਸਫਰ ਇਨਕਮ ਕੀ ਹੈ ਐਡ ਕਰ ਦਿੰਦੇ ਹਾਂ, ਤਾਂ ਬਣ ਜਾਂਦੀ ਹੈ ਸਾਡੇ ਕੋਲ ਇਕੁਏਸ਼ਨ C ਬਾਰ that is the autonomous consumption plus marginal capacity to consume ਅਤੇ into income minus taxes plus transfer income and plus autonomous investment and plus government expenditure। ਤਾਂ ਇਹ ਸਾਡੇ ਕੋਲ ਇਕੁਏਸ਼ਨ ਜਿਹੜੀ ਹੈ ਉਹ 6.3 ਹੋ ਗਈ। ਤਾਂ ਹੁਣ ਜੇ ਅਸੀਂ ਅਜ਼ਿਊਮ ਕਰ ਲਈਏ ਕਿ ਗੌਰਮੈਂਟ ਐਕਸਪੈਂਡੀਚਰ ਜਿਹੜੀ ਆ ਉਹ ਸਥਿਰ ਹੈ, ਇਸ ਨੂੰ ਅਸੀਂ G ਬਾਰ, ਮਤਲਬ G ਬਾਰ ਦਾ ਮਤਲਬ ਹੈ ਗੌਰਮੈਂਟ ਐਕਸਪੈਂਡੀਚਰ ਫਿਕਸਡ ਹੈ ਜਾਂ ਸਥਿਰ ਹੈ, ਇਹ ਕੌਨਸਟੈਂਟ ਹੈ, ਅਤੇ ਗੌਰਮੈਂਟ ਜਿਹੜੀ ਇੱਕ ਨਿਸ਼ਚਿਤ ਮਾਤਰਾ ਦੇ ਵਿੱਚ ਲੋਕਾਂ ਨੂੰ ਟ੍ਰਾਂਸਫਰ ਪੇਮੈਂਟ ਕਰਦੀ ਹੈ, ਮਤਲਬ ਅਨਇੰਪਲੋਇਮੈਂਟ ਅਲਾउंसेस ਜਾਂ 올ਡ ਏਜ ਪੈਨਸ਼ਨ ਦੇ ਰੂਪ ਵਿੱਚ ਜਿਹੜੀ ਵੀ ਮੁਦਰਾ ਟ੍ਰਾਂਸਫਰ ਕਰਦੀ ਹੈ ਲੋਕਾਂ ਨੂੰ, ਉਹ ਦਿੱਤੀ ਹੋਈ ਹੈ, ਉਹ ਕੌਨਸਟੈਂਟ ਹੈ, ਉਹਦੇ ਵਿੱਚ ਕੋਈ ਚੇਂਜ ਨਹੀਂ ਹੈ। ਅਤੇ ਇਨਕਮ ਦਾ ਇੱਕ ਹਿੱਸਾ ਗੌਰਮੈਂਟ ਜਿਹੜਾ ਟੈਕਸ ਲਗਾਉਂਦੀ ਹੈ ਲੋਕਾਂ 'ਤੇ, ਤਾਂ ਉਸ ਨੂੰ ਅਸੀਂ TY ਦੇ ਰੂਪ ਵਿੱਚ ਲਿਖ ਦਿੰਦੇ ਹਾਂ, ਸਮਾਲ T ਐਂਡ Y, ਦੈਟ ਇਜ਼ ਇਨਕਮ ਦਾ ਕਿੰਨਾ ਹਿੱਸਾ ਲੋਕਾਂ 'ਤੇ ਟੈਕਸ ਲਗਾਇਆ ਜਾਂਦਾ। ਤਾਂ ਜੇ G ਇਜ਼ ਇਕੁਅਲ ਟੂ G ਬਾਰ, ਦੈਟ ਇਜ਼ ਗੌਰਮੈਂਟ ਐਕਸਪੈਂਡੀਚਰ ਇਜ਼ ਕੌਨਸਟੈਂਟ, ਅਤੇ ਟ੍ਰਾਂਸਫਰ ਜਿਹੜੀ ਇਨਕਮ ਹੈ ਉਸ ਨੂੰ ਵੀ ਅਸੀਂ ਕੌਨਸਟੈਂਟ ਮੰਨ ਲਈਏ, ਅਤੇ TA ਦੀ ਜਗ੍ਹਾ 'ਤੇ ਅਸੀਂ TY ਸਬਸਟੀਟਿਊਟ ਕਰ ਦਈਏ, ਤਾਂ ਜਿਹੜੀ ਪਿਛਲੀ ਇਕੁਏਸ਼ਨ ਹੈ ਉਹ ਬਣ ਜਾਏਗੀ C ਇਜ਼ ਇਕੁਅਲ ਟੂ C ਬਾਰ ਪਲੱਸ C, ਕੰਜੰਪਸ਼ਨ ਸਾਡੇ ਕੋਲ ਬਣ ਜਾਏਗੀ C ਇਜ਼ ਇਕੁਅਲ ਟੂ C ਬਾਰ that is autonomous consumption plus marginal capacity to consume that is small c into income plus transfer payments ਜਿਹੜੀ ਕਿ ਅਸੀਂ constant ਮੰਨ ਰਹੇ ਹਾਂ, ਅਤੇ ਮਾਈਨਸ ਅਸੀਂ ਜਿਹੜੀ ਇਨਕਮ ਦਾ ਜਿਹੜਾ ਪੋਰਸ਼ਨ ਜਾਂ ਫ੍ਰੈਕਸ਼ਨ ਜਿਹੜਾ ਅਸੀਂ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਪੇ ਕਰਦੇ ਹਾਂ। ਤਾਂ ਹੁਣ ਜੇ ਅਸੀਂ ਇਸ ਨੂੰ ਰੀਸ਼ਫਲ ਕਰਦੇ ਹਾਂ ਤਾਂ C ਇਜ਼ ਇਕੁਅਲ ਟੂ C ਬਾਰ ਪਲੱਸ C ਨੂੰ ਜੇ ਅਸੀਂ ਟ੍ਰਾਂਸਫਰ ਪੇਮੈਂਟ ਦੇ ਨਾਲ, ਟ੍ਰਾਂਸਫਰ ਰੈਵਨਿਊ ਦੇ ਨਾਲ ਅਸੀਂ ਮਲਟੀਪਲਾਈ ਕਰਦੇ ਹਾਂ, ਤਾਂ C ਇੰਟੂ ਟ੍ਰਾਂਸਫਰ ਰੈਵਨਿਊ ਪਲੱਸ C ਨੂੰ ਅਸੀਂ ਕਾਮਨ ਲੈ ਲਿਆ ਅਤੇ C ਅਤੇ Y ਨੂੰ ਵੀ ਕਾਮਨ ਲੈ ਲਿਆ, ਤਾਂ ਕੀ ਹੋ ਗਿਆ, Y ਨੂੰ Y ਨਾਲ ਡਿਵਾਈਡ ਕੀਤਾ, ਦੈਟ ਇਜ਼ 1
ਮਾਈਨਸ ਸਾਡੇ ਕੋਲ ਟੀ ਆ ਗਿਆ, ਕਿਉਂਕਿ ਟੀ ਆਰ ਅਸੀਂ ਪਹਿਲਾਂ ਹੀ ਲੈ ਚੁੱਕੇ ਹਾਂ। ਤਾਂ ਇਹ ਸਾਡੇ ਕੋਲ ਇਕੁਏਸ਼ਨ ਬਣ ਗਈ 6.4, ਦਿਸ ਇਜ਼ ਦਾ ਕੰਜੰਪਸ਼ਨ। ਇਸ ਨੂੰ ਅਸੀਂ ਖਿਆਲ ਰੱਖਾਂਗੇ, ਇਸ ਨੂੰ ਅਸੀਂ ਅੱਗੇ ਵੀ ਯੂਜ਼ ਕਰਾਂਗੇ। ਦਿਸ ਇਜ਼ ਦਾ ਕੰਜੰਪਸ਼ਨ, ਇਹ ਇਕੁਏਸ਼ਨ ਜਿਹੜੀ ਹੈ ਸਾਡੇ ਕੋਲ ਕੰਜੰਪਸ਼ਨ ਦੀ ਆ ਗਈ। ਹੁਣ ਅਸੀਂ ਦੇਖਦੇ ਹਾਂ ਕਿ ਐਗਰੀਗੇਟ ਜਿਹੜੀ ਡਿਮਾਂਡ ਹੈ, ਜੇ ਅਸੀਂ 6.3 ਦੇ ਵਿੱਚ ਅਸੀਂ ਇਹ ਸਾਰੀਆਂ ਵੈਲਿਊਜ਼ ਜਿਹੜੀਆਂ ਨੇ ਸਬਸਟੀਟਿਊਟ ਕਰ ਦਿੰਦੇ ਹਾਂ, ਤਾਂ ਸਾਡੇ ਕੋਲ ਸੀ ਬਾਰ प्लस सी टी आर दैट इज मार्जिन कैपेसिटी टू कंज्यूम जी है वो भी टोटल रेवन्यू से सॉरी ट्रांसफर रेवन्यू से डिपेंड करता है। ट्रांसफर रेवन्यू सानू ज़्यादा मिलती है तो मार्जिन कैपेसिटी टू कंज्यूम साड़ी कैपेसिटी टू कंज्यूम जी है वो बढ़ती है। ऑटोनोमस इन्वेस्टमेंट या प्लैंड इन्वेस्टमेंट असी कॉन्सटेंट मने गवर्नमेंट एक्सपेंडिचर की जिन्हें गुड्स एंड सर्विसेज गवर्नमेंट परचेज कर रही है उसमें भी असी कॉन्सटेंट मानते हैं। तो ये सारिया जी कॉन्सटेंट है, इसमें असी सबस्टिट्यूट कर दें ऑटोनोमस स्पेंडिंग। तो ऑटोनोमस स्पेंडिंग जी है कि इंडिपेंडेंट ने लैवल ऑफ इनकम से आउटपुट से, तो इसमें सी बार प्लस सी स्मॉल सी इंटू टी आर प्लस आई बार प्लस जी की जगह पर असी लेते हैं ए बार, दैट इज द ऑटोनोमस स्पेंडिंग। तो ए प्लस सी इंटू 1 माइनस टी वाई आ गया, ये 6.5 साढ़े को एग्रीगेट डिमांड है। तो असी सारे जोड़े कंपोनेंट्स ने सारे जोड़े घटक ने दैट इज कंजम्पशन ट्रांसफर रेवन्यू एंड ऑटोनोमस इन्वेस्टमेंट गवर्नमेंट एक्सपेंडिचर इन्हों कॉन्सटेंट मान के फिक्स मान के इसी बना के ऑटोनोमस स्पेंडिंग जोड़ा है असी लैंगे। ठीक है जी। तो इस दे नाल इसको असी एक डायग्राम के राही भी इक्विलिब्रियम को शो कर सकते हैं। ये सानू पता है कि इक्विलिब्रियम की हालत के विच इनकम जी है वो एग्रीगेट डिमांड के बराबर है। जे हुण इनकम असी ऊपर देखा है कि ऑटोनोमस स्पेंडिंग दैट इज ए बार प्लस सी इंटू 1 माइनस टी वाई, ये सारे को 6.5 की इक्वेशन। तो हम जो इसमें असी रीशफलिंग करते हैं तो सी इंटू 1 माइनस टी इंटू वाई को असी लैफ्ट साइड पर ले जाइए, ऑटोनोमस स्पेंडिंग सारे को बन गया वाई के विचों ये सारी वैल्यूज की हो जाएंगी माइनस हो जाएंगी। तो वाई नू जे असी वाई माइनस सी नू असी जो ओपन कर लिए तो सी इंटू 1 सी आ गया, तो सी माइनस टी नू मल्टीप्लाई की माइनस सी टी आ गया इंटू वाई साढ़े को है दिस इज द ऑटोनोमस स्पेंडिंग। तो हुण जे असी वाई कॉमन ले लेते हैं तो वाई डिवाइड बाई वाई दैट इज 1 माइनस सी, तो माइनस माइनस की आ गया प्लस सी टी आ गया, दैट इज नोन एज ऑटोनोमस स्पेंडिंग। इसमें असी अगे मल्टीप्लायर यूज करांगे, ये इक्वेशन जी है दैट इज वाई इंटू 1 माइनस सी प्लस सी टी। ठीक है, क्योंकि जे असी वाई डिवाइडेड बाय ऑटोनोमस स्पेंडिंग या चेंज इन वाई चेंज इन इनकम डिवाइडेड बाय ऑटोनोमस स्पेंडिंग करते हैं तो साढ़े को इक्वलेंट टू 1 अपॉन 1 माइनस सी प्लस सी टी आ गई। तो ये हुण जे इनकम असी ले लीए तो ऑटोनोमस स्पेंडिंग डिवाइडेड बाय 1 माइनस सी प्लस सी टी आ गई, दैट इज 6.6 इक्वेशन। तो हुण जे असी एग्रीगेट डिमांड कर्व्स को मतलब इक्विलिब्रियम को असी शो कर रहे हैं तो जिस तरह असी पिछले लैक्चर डिस्कस किया टू सैक्टर मॉडल कि दो सैक्टर के विच कंजम्पशन प्लस इन्वेस्टमेंट लेना है, जे असी गवर्नमेंट सैक्टर में इंक्लूड करते हैं तो इस गवर्नमेंट स्पेंडिंग का एक पार्ट है हमारे को ट्रांसफर रेवन्यू जी गवर्नमेंट जी लोगों को पेमेंट अनएम्प्लॉयमेंट अलाउंसेस या ओल्ड एज पेंशन के रूप में पेश करती है, जिस दे नाल लोगों की जी कंजम्पशन एक्सपेंडिचर है या कैपेसिटी टू कंज्यूम है वो की है इनक्रीज होती है, उस एग्रीगेट डिमांड जी है इनक्रीज होती है। तो इसमें असी जो डायग्राम के शो करिए तो
A1 ਜਦੋਂ ਆਟੋਨੋਮਸ ਸਪੈਂਡਿੰਗ ਹੁੰਦੀ ਹੈ ਜਿਸ ਦੇ ਵਿੱਚ ਅਸੀਂ ਗਵਰਨਮੈਂਟ ਸੈਕਟਰ ਨੂੰ ਇਨਕਲੂਡ ਨਹੀਂ ਕੀਤਾ ਤਾਂ ਐਗਰੀਗੇਟ ਡਿਮਾਂਡ ਕਰਵ ਇਸ ਤਰ੍ਹਾਂ ਹੈ। ਜੇ ਗਵਰਨਮੈਂਟ ਸੈਕਟਰ ਨੂੰ ਇਨਕਲੂਡ ਕਰਦੇ ਹਾਂ ਗਵਰਨਮੈਂਟ ਸੈਕਟਰ ਨੂੰ ਇਨਕਲੂਡ ਕਰਨ ਦੇ ਨਾਲ ਲੋਕਾਂ ਜਦੋਂ ਗਵਰਨਮੈਂਟ ਲੋਕਾਂ ਨੂੰ ਟ੍ਰਾਂਸਫਰ ਪੇਮੈਂਟਸ ਟ੍ਰਾਂਸਫਰ ਕਰਦੀ ਹੈ ਮਤਲਬ ਪੈਨਸ਼ਨ ਵਗੈਰਾ ਦਿੰਦੀ ਹੈ ਅਤੇ ਗਵਰਨਮੈਂਟ ਲੋਕਾਂ ਦੀ ਭਲਾਈ ਲਈ ਖਰਚ ਕਰਦੀ ਹੈ ਐਕਸਪੈਂਡੀਚਰ ਕਰਦੀ ਹੈ ਗੁੱਡਸ ਐਂਡ ਸਰਵਿਸਿਜ਼ 'ਤੇ ਤਾਂ ਉਸ ਦੇ ਨਾਲ ਲੋਕਾਂ ਦੀ ਜਿਹੜੀ ਪਰਚੇਜ਼ਿੰਗ ਪਾਵਰ ਹੈ ਉਹ ਵੱਧਦੀ ਹੈ ਪ੍ਰੋਪੈਂਸਿਟੀ ਟੂ ਕੰਜ਼ਿਊਮ ਜਿਹੜੀ ਹੈ ਇਨਕਰੀਜ਼ ਹੁੰਦੀ ਹੈ ਜਿਸ ਦੇ ਨਾਲ ਉਹਨਾਂ ਦੀ ਜਿਹੜੀ ਐਗਰੀਗੇਟ ਡਿਮਾਂਡ ਜਿਹੜੀ ਹੈ ਉਹ ਕੀ ਹੈ ਵੱਧ ਜਾਂਦੀ ਹੈ ਅਤੇ ਇਹ ਕਰਵ ਜਿਹੜੀ ਹੈ AD2 ਜਿਹੜੀ ਹੈ ਉਹ AD1 ਦੇ ਨਾਲੋਂ ਫਲੈਟ ਹੈ ਅਤੇ ਜਦੋਂ ਗਵਰਨਮੈਂਟ ਐਕਸਪੈਂਡੀਚਰ ਕਰਦੀ ਹੈ ਤਾਂ ਗਵਰਨਮੈਂਟ ਐਕਸਪੈਂਡੀਚਰ ਜਦੋਂ ਕਰਦੀ ਹੈ ਤਾਂ ਉਸ ਦੇ ਨਾਲ ਇਨਕਮ ਅਤੇ ਆਊਟਪੁੱਟ ਦੇ ਵਿੱਚ ਕੀ ਹੁੰਦਾ ਹੈ ਵਾਧਾ ਹੁੰਦਾ ਹੈ ਜਿਸ ਤਰ੍ਹਾਂ ਕਿ 6.2 ਡਾਇਗਰਾਮ 'ਚ ਅਸੀਂ ਦੇਖਦੇ ਹਾਂ ਕਿ AD1 ਵਾਈ ਕਰਵ ਨੂੰ E1 ਪੁਆਇੰਟ ਤੇ ਕਰਦੇ E1 ਇੱਕ ਸੰਤੁਲਨ ਦਾ ਬਿੰਦੂ ਹੋ ਗਿਆ ਇਸ ਸੰਤੁਲਨ ਦੇ ਬਿੰਦੂ ਦੇ ਉੱਤੇ ਇਨਕਮ ਜਿਹੜੀ ਹੈ ਉਹ OY1 ਜਾਂ Y1 ਨਿਸ਼ਚਿਤ ਹੁੰਦੀ ਹੈ ਅਤੇ ਐਗਰੀਗੇਟ ਡਿਮਾਂਡ ਜਿਹੜੀ ਹੈ ਉਹ AD1 ਜਦੋਂ ਗਵਰਨਮੈਂਟ ਐਕਸਪੈਂਡੀਚਰ ਕਰਦੀ ਹੈ ਤਾਂ ਕਰਵ ਜਿਹੜੀ ਹੈ ਅਸੀਂ ਦੱਸਿਆ ਕਿ AD1 ਦੇ ਨਾਲੋਂ ਚਪਟੀ ਹੋ ਜਾਂਦੀ ਹੈ ਫਲੈਟ ਹੋ ਜਾਂਦੀ ਹੈ ਅਤੇ ਉਹ ਹਰ ਪੁਆਇੰਟ ਤੇ ਕਰਦੇ ਹੈ ਇਕੁਇਲਿਬਰੀਅਮ ਜਿਹੜਾ E1 ਤੋਂ ਸ਼ਿਫਟ ਹੋ ਕੇ ਉੱਪਰ ਚੱਲ ਜਾਂਦਾ ਹੈ ਜਿਸ ਦੇ ਨਾਲ ਇਨਕਮ ਅਤੇ ਉਤਪਾਦਨ ਦੇ ਵਿੱਚ ਕੀ ਹੁੰਦਾ ਹੈ ਵਾਧਾ ਹੁੰਦਾ ਹੈ ਅਤੇ ਇਸ ਦੇ ਵਿੱਚ ਆਟੋਨੋਮਸ ਸਪੈਂਡਿੰਗ ਜਿਹੜੀ ਹੈ ਉਹ A1 ਡੈਸ਼ ਦੇ ਨਾਲੋਂ ਵੱਧ ਕੇ A2 ਡੈਸ਼ ਜਿਹੜੀ ਹੈ ਉਹ ਹੋ ਜਾਂਦੀ ਹੈ। ਹੁਣ ਅਸੀਂ ਡਿਸਕਸ ਕਰਦੇ ਹਾਂ ਕਿ ਗਵਰਨਮੈਂਟ ਸਪੈਂਡਿੰਗ ਜਦੋਂ ਕਰਦੀ ਹੈ ਤਾਂ ਮਲਟੀਪਲਾਇਰ ਕਿੰਨੇ ਗੁਣਾ ਇਨਕਮ ਦੇ ਵਿੱਚ ਕੀ ਹੁੰਦਾ ਹੈ ਵਾਧਾ ਹੁੰਦਾ ਜਿਸ ਤਰ੍ਹਾਂ ਅਸੀਂ ਇਨਵੈਸਟਮੈਂਟ ਮਲਟੀਪਲਾਇਰ ਕੀਤਾ ਸੀਗਾ ਕਿ ਮਲਟੀਪਲਾਇਰ ਕੀ ਹੁੰਦਾ ਰੇਸ਼ੋ ਆਫ ਚੇਂਜ ਇਨ ਇਨਕਮ ਟੂ ਦਾ ਚੇਂਜ ਇਨ ਇਨਵੈਸਟਮੈਂਟ ਚੇਂਜ ਇਨ ਇਨਕਮ ਤੇ ਸ਼ੁਰੂ ਵਿੱਚ ਨਿਵੇਸ਼ ਕਰਨ ਦੇ ਨਾਲ ਇਨਕਮ ਵਿੱਚ ਕਿੰਨੀ ਤਬਦੀਲੀ ਹੁੰਦੀ ਹੈ ਇਸ ਨੂੰ ਅਸੀਂ ਮਲਟੀਪਲਾਇਰ ਜਾਂ ਗੁਣਾ ਕਹਿੰਦੇ ਹਾਂ and that is equal to 1 upon 1 minus MPC marginal pressure to consume ਦੇ ਉਹ ਬਰਾਬਰ ਹੁੰਦੀ ਹੈ 1 upon 1 minus MPC ਅਤੇ MPC ਦੀ ਵੈਲਿਊ ਸਾਨੂੰ ਪਤਾ ਹੈ marginal pressure to consume ਦੀ ਵੈਲਿਊ ਉਹ ਆਮ ਤੌਰ ਤੇ 0 ਤੋਂ 1 ਦੇ ਵਿਚਕਾਰ ਲਾਈ ਜਾਂਦੀ ਹੈ ਹੁਣ ਜਦੋਂ ਗਵਰਨਮੈਂਟ ਸਪੈਂਡਿੰਗ ਜਿਹਦੇ ਵਿੱਚ ਅਸੀਂ ਆਟੋਨੋਮਸ ਸਪੈਂਡਿੰਗ ਦੀ ਗੱਲ ਕਰਦੇ ਹਾਂ ਤਾਂ ਉਹ ਡੈਲਟਾ Y that is change in income upon change in autonomous spending ਜਿਸ ਦੇ ਵਿੱਚ ਆਪਾਂ ਆਟੋਨੋਮਸ ਸਪੈਂਡਿੰਗ ਕਰ ਚੁੱਕੇ ਹਾਂ ਕਿ ਗਵਰਨਮੈਂਟ ਜਿਹੜਾ ਖਰਚ ਕਰ ਰਹੀ ਹੈ ਟ੍ਰਾਂਸਪੋਰਟ ਪੇਮੈਂਟਸ ਦੀ ਗੱਲ ਕਰ ਰਹੇ ਹਾਂ ਜਾਂ ਗੁੱਡਸ ਐਂਡ ਸਰਵਿਸਿਜ਼ ਤੇ ਦੀ ਗੱਲ ਕਰਦੇ ਹਾਂ ਤਾਂ ਉਹ ਅਸੀਂ ਮੰਨ ਕੇ ਚੱਲਦੇ ਹਾਂ ਕਿ ਉਹ ਕਾਂਸਟੈਂਟ ਹੈ ਜਾਂ ਗਵਰਨਮੈਂਟ ਜੋ ਗੁੱਡਸ ਐਂਡ ਸਰਵਿਸਿਜ਼ ਤੇ ਪਰਚੇਸ ਕਰ ਰਹੀ ਹੈ ਦੈਟ ਇਜ਼ ਕਾਂਸਟੈਂਟ ਤਾਂ ਦੈਟ ਇਜ਼ ਏਵਾ ਤਾਂ ਗਵਰਨਮੈਂਟ ਸਪੈਂਡਿੰਗ ਕਰਨ ਦੇ ਨਾਲ ਜਾਂ ਆਟੋਨੋਮਸ ਸਪੈਂਡਿੰਗ ਕਰਨ ਦੇ ਨਾਲ ਜਿਹਦੇ ਵਿੱਚ ਇਨਵੈਸਟਮੈਂਟ ਵੀ ਆ ਗਿਆ ਅਸੀਂ ਪਿੱਛੇ ਕੰਸੈਪਟ ਲਏ ਸੀਗੇ ਟ੍ਰਾਂਸਫਰ ਰੈਵਨਿਊ ਆ ਗਿਆ ਤਾਂ ਉਹ ਸਾਰੇ ਜਿਹੜੀਆਂ ਆਈਟਮ ਸੀਗੀਆਂ ਅਸੀਂ ਕੰਪੋਨੈਂਟ ਸੀਗੇ ਉਹਨਾਂ ਨੂੰ ਕਾਂਸਟੈਂਟ ਮੰਨ ਲਿਆ ਤਾਂ ਜਦੋਂ ਇਸ ਤਰ੍ਹਾਂ ਦੀ ਸਪੈਂਡਿੰਗ ਹੁੰਦੀ ਹੈ ਤਾਂ ਇਨਕਮ ਵਿੱਚ ਜਿਹੜੀ ਚੇਂਜ ਹੁੰਦੀ ਹੈ ਦੈਟ ਇਜ਼ ਇਕੁਅਲ ਟੂ 1 upon 1 minus C ਕੀ ਹੈ ਸਮਾਲ C ਕੀ ਹੈ ਮਾਰਜਨਲ ਪ੍ਰੋਡਕਟ ਟੂ ਕੰਜ਼ਿਊਮ ਪਲੱਸ CT ਕੀ ਹੈ ਕਿ ਜਦੋਂ ਟੈਕਸ ਲਗਾਉਂਦੀ ਹੈ ਗਵਰਨਮੈਂਟ ਤਾਂ ਟੈਕਸ ਲਗਾਉਣ ਦੇ ਨਾਲ ਮਾਰਜਨਲ ਪ੍ਰੋਡਕਟ ਟੂ ਕੰਜ਼ਿਊਮ ਥੋੜੀ ਜਿਹੀ ਘਟਦੀ ਹੈ ਕਿਉਂਕਿ ਡਿਸਪੋਜ਼ਲ ਇਨਕਮ ਕੀ ਹੈ ਘਟ ਜਾਂਦੀ ਹੈ ਤਾਂ 1 minus C plus CT ਤਾਂ ਹੁਣ ਇਸ ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਜੇ C ਕੋਮਾ ਲੈ ਲਈਏ ਤਾਂ 1 minus C ਤਾਂ C divided by C that is 1 plus T ਇਹ ਸਾਡੇ ਕੋਲ ਮਲਟੀਪਲਾਇਰ ਆ ਜਾਏਗਾ ਤਾਂ ਜਿਸ ਤਰ੍ਹਾਂ ਅਸੀਂ ਪਹਿਲਾਂ ਮੈਂ ਦੱਸਿਆ ਕਿ ਮਾਰਜਨਲ ਪ੍ਰੋਡਕਟ ਟੂ ਕੰਜ਼ਿਊਮ ਜਿਹੜੀ ਹੈ 1 upon 1 minus C ਹੈ ਜੇ ਅਸੀਂ ਇਕੱਲਾ ਇਨਵੈਸਟਮੈਂਟ ਅਸੀਂ ਕਰਦੇ ਹਾਂ ਲੇਕਿਨ ਜਦੋਂ ਗਵਰਨਮੈਂਟ ਪਰਚੇਜ਼ਿਸ ਕਰਦੇ ਹੈ ਗੁੱਡਸ ਐਂਡ ਸਰਵਿਸਿਜ਼ ਦੀ ਤੇ ਇਕੋਨਮੀ ਦੇ ਵਿੱਚ ਅਸੀਂ ਪਿਛਲੀ ਡਾਇਗਰਾਮ 'ਚ ਦੇਖਿਆ ਕਿ ਕਾਫੀ ਅੰਤਰ ਬਣ ਜਾਂਦਾ ਹੈ ਤਾਂ ਵੈਲਿਊ ਆਫ ਮਲਟੀਪਲਾਇਰ ਜਿਹੜੀ ਹੈ ਉਹ ਘਟ ਜਾਂਦੀ ਹੈ ਲੇਕਿਨ ਇਕੁਇਲਿਬਰੀਅਮ ਦਾ ਲੈਵਲ ਜਿਹੜਾ ਹੈ ਉਹ ਕੀ ਹੈ ਹਾਈ ਲੈਵਲ ਤੇ ਪਹੁੰਚ ਜਾਂਦਾ
ਤਾਂ ਇਟ ਮੀਨਸ ਜਿਹੜੀ ਗੌਰਮੈਂਟ ਮਲਟੀਪਲਾਇਰ ਦੀ ਜਿਹੜੀ ਵੈਲਿਊ ਹੈ ਉਹ ਕੀ ਹੈ, ਆਮ ਮਲਟੀਪਲਾਇਰ ਦੇ ਨਾਲੋਂ ਇਨਵੈਸਟਮੈਂਟ ਮਲਟੀਪਲਾਇਰ ਦੇ ਨਾਲੋਂ ਕੀ ਹੈ, ਘੱਟ ਹੁੰਦੀ ਹੈ। ਇਸ ਨੂੰ ਇੱਕ ਐਗਜ਼ਾਮਪਲ ਦੇ ਨਾਲ ਵੀ ਐਕਸਪਲੇਨ ਕੀਤਾ ਜਾ ਸਕਦਾ ਹੈ। ਜੇ ਅਸੀਂ ਮੰਨ ਲਈਏ ਕਿ ਮਾਰਜਨਲ ਯੂਨੀਵਰਸਿਟੀ ਟੂ ਕੰਜ਼ਿਊਮ ਜਿਹੜੀ ਹੈ 0.8 ਹੈ ਅਤੇ ਟੀ ਜਿਹੜੀ ਹੈ ਦੈਟ ਇਜ਼ ਟੈਕਸ ਦੈਟ ਇਜ਼ 0.2 ਹੈ, ਤਾਂ ਜੇ ਅਸੀਂ ਕੱਲਾ ਮਲਟੀਪਲਾਇਰ ਲੈਂਦੇ ਹਾਂ, ਇਨਵੈਸਟਮੈਂਟ ਮਲਟੀਪਲਾਇਰ ਦੀ ਗੱਲ ਕਰਦੇ ਹਾਂ, ਤਾਂ 1/1 ਮਾਈਨਸ 0.8 ਜੇ ਇਸ ਨੂੰ ਅਸੀਂ ਸੋਲਵ ਕਰਦੇ ਹਾਂ ਤਾਂ 5 ਆ ਗਿਆ। 5 ਦਾ ਮਤਲਬ ਕੀ ਹੈ, ਜੇ 1 ਰੁਪਏ ਦੀ ਅਸੀਂ ਨਿਵੇਸ਼ ਕਰਦੇ ਹਾਂ ਸ਼ੁਰੂ ਵਿੱਚ ਤਾਂ 5 ਗੁਣਾ ਇਨਕਮ ਦੇ ਵਿੱਚ ਕੀ ਹੁੰਦਾ ਹੈ, ਵਾਧਾ ਹੁੰਦਾ ਹੈ। ਹੁਣ ਜੇ ਅਸੀਂ ਗਵਰਨਮੈਂਟ ਮਲਟੀਪਲਾਇਰ ਦੀ ਅਸੀਂ ਗਵਰਨਮੈਂਟ ਸਪੈਂਡਿੰਗ ਐਂਡ ਮਲਟੀਪਲਾਇਰ ਦੀ ਗੱਲ ਕਰਦੇ ਹਾਂ ਤਾਂ ਅਲਫਾ ਜੀ ਕੀ ਹੈ, ਗਵਰਨਮੈਂਟ ਮਲਟੀਪਲਾਇਰ। ਇਸ ਦੀ ਵੈਲਿਊ ਕੀ ਹੈ, that is equal to 1/1 minus c plus ct। ਤਾਂ ਇਸ ਦੇ ਵਿੱਚ ਜੇ ਅਸੀਂ ਸਾਰੀਆਂ ਵੈਲਿਊਜ਼ ਸਬਸਟੀਟਿਊਟ ਕਰ ਦਈਏ ਤਾਂ 1 minus 0.8 plus 0.8 into t means 0.2, ਤਾਂ ਇਹ ਕਰਕੇ ਸਾਡੇ ਕੋਲ 2.77 ਆ ਗਏ। ਤਾਂ ਜੇ ਗਵਰਨਮੈਂਟ ਸੈਕਟਰ ਨੂੰ ਇਨਵੋਲਵ ਨਹੀਂ ਕਰਦੇ ਤਾਂ ਮਲਟੀਪਲਾਇਰ ਦੀ ਵੈਲਿਊ ਜਿਹੜੀ ਹੈ 5 ਹੈ। ਜੇ ਗਵਰਨਮੈਂਟ ਸੈਕਟਰ ਨੂੰ ਇਨਵੋਲਵ ਕਰ ਲੈਂਦੇ ਹਨ ਤਾਂ ਮਲਟੀਪਲਾਇਰ ਦੀ ਵੈਲਿਊ ਜਿਹੜੀ ਹੈ ਉਹ ਘੱਟ ਜਾਂਦੀ ਹੈ, 2.77 ਹੋ ਜਾਂਦੀ ਹੈ। ਤਾਂ ਇਟ ਮੀਨਸ ਗਵਰਨਮੈਂਟ ਮਲਟੀਪਲਾਇਰ ਦੀ ਵੈਲਿਊ ਇਨਵੈਸਟਮੈਂਟ ਮਲਟੀਪਲਾਇਰ ਦੇ ਨਾਲੋਂ ਕੀ ਹੈ, ਘੱਟ ਹੈ। ਤਾਂ ਹੁਣ ਅਸੀਂ ਦੇਖਦੇ ਹਾਂ ਜੇ ਗਵਰਨਮੈਂਟ ਸਪੈਂਡਿੰਗ ਕਰਦੀ ਹੈ ਅਤੇ ਟੈਕਸ ਰੇਟ, ਤਾਂ ਇਸ ਦੇ ਵਿੱਚ ਇੱਕ ਅਸੀਂ ਇਸ ਤੋਂ ਪਹਿਲਾਂ ਕਿ ਇਫੈਕਟ ਆਫ ਚੇਂਜ ਇਨ ਗਵਰਨਮੈਂਟ ਸਪੈਂਡਿੰਗ ਐਂਡ ਟੈਕਸ ਰੇਟ ਦੀ ਗੱਲ ਕਰੀਏ, ਇਸ ਤੋਂ ਪਹਿਲਾਂ ਅਸੀਂ ਇੱਕ ਕਨਸੈਪਟ ਹੋਰ ਡਿਸਕਸ ਕਰਨਾ ਚਾਹੁੰਦੇ ਹਾਂ, ਦੈਟ ਇਜ਼ ਆਟੋਮੈਟਿਕ ਸਟੇਬਲਾਈਜ਼ਰ। ਜਦੋਂ ਗਵਰਨਮੈਂਟ ਬਜਟ ਬਣਾਉਂਦੀ ਹੈ ਤਾਂ ਰੈਵਨਿਊ ਅਤੇ ਐਕਸਪੈਂਡੀਚਰ ਬਜਟ ਦੇ ਵਿੱਚ ਦੋ ਆਈਟਮਸ ਨੇ, ਜਿਹੜੀ ਕਿ ਜੀਡੀਪੀ ਜਾਂ ਜਿਹੜੀ ਨੈਸ਼ਨਲ ਇਨਕਮ ਅਸੀਂ ਕਹਿ ਲਈਏ ਬਰੋਡਲੀ, ਉਹਦੇ ਵਿੱਚ ਵਾਧਾ ਹੋਣ ਦੇ ਨਾਲ ਆਟੋਮੈਟਿਕਲੀ ਰੈਵਨਿਊ ਦੇ ਵਿੱਚ ਵੀ ਅਤੇ ਐਕਸਪੈਂਡੀਚਰ ਦੇ ਵਿੱਚ ਕਈ ਵਾਰੀ ਚੇਂਜਸ ਆਉਂਦੇ। ਤਾਂ ਰੈਵਨਿਊ ਦਾ ਸੋਰਸ ਗਵਰਨਮੈਂਟ ਦੇ ਲਈ ਮੇਨ ਕੀ ਹੈ, ਟੈਕਸਿਸ। ਜਦੋਂ ਸਰਕਾਰ ਟੈਕਸ ਲਗਾਉਂਦੀ ਹੈ, ਇਨਕਮ ਟੈਕਸ ਲਗਾਉਂਦੀ ਹੈ, ਤਾਂ ਉਹਦੇ ਨਾਲ ਵੈਲਿਊ ਆਫ ਮਲਟੀਪਲਾਇਰ ਕੀ ਹੈ, ਘੱਟ ਜਾਂਦੀ ਹੈ, ਕਿਉਂਕਿ ਲੋਕਾਂ ਦੀ ਜਿਹੜੀ ਪਰਚੇਜਿੰਗ ਪਾਵਰ ਘੱਟ ਜਾਂਦੀ ਹੈ, ਡਿਸਪੋਜ਼ਲ ਘੱਟ ਜਾਂਦੀ ਹੈ, ਮਾਰਜਨਲ ਕੈਪੈਸਿਟੀ ਟੂ ਕੰਜ਼ਿਊਮ ਘੱਟ ਜਾਂਦੀ ਹੈ। ਜਦੋਂ ਮਾਰਜਨਲ ਕੈਪੈਸਿਟੀ ਟੂ ਕੰਜ਼ਿਊਮ ਘੱਟ ਜਾਂਦੀ ਹੈ ਤਾਂ ਵੈਲਿਊ ਆਫ ਮਲਟੀਪਲਾਇਰ ਕੀ ਹੈ, ਘੱਟ ਜਾਂਦੀ ਹੈ। ਲੇਕਿਨ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਜਦੋਂ ਗਵਰਨਮੈਂਟ ਦੀ ਜਦੋਂ ਸਰਕਾਰ ਲੋਕਾਂ ਤੇ ਟੈਕਸ ਲਗਾਉਂਦੀ ਹੈ, ਟੈਕਸ ਲਗਾ ਕੇ ਇੰਡੀਵਿਜੂਅਲ ਦੀ ਪ੍ਰੋਪੈਸਿਟੀ ਟੂ ਕੰਜ਼ਿਊਮ ਤਾਂ ਘੱਟ ਜਾਂਦੀ ਹੈ, ਡਿਸਪੋਜ਼ਲ ਘੱਟ ਜਾਂਦੀ ਹੈ, ਲੇਕਿਨ ਸਰਕਾਰ ਦੀ ਇਨਕਮ ਜਿਹੜੀ ਹੈ ਵੱਧ ਜਾਂਦੀ ਹੈ। ਜੇ ਉਸੇ ਇਨਕਮ ਨੂੰ ਸਰਕਾਰ ਲੋਕਾਂ ਦੀ ਭਲਾਈ ਤੇ ਖਰਚ ਕਰਦੀ ਹੈ ਤੇ ਗੁਡਸ ਐਂਡ ਸਰਵਿਸਿਜ਼ ਨੂੰ ਪਰਚੇਜ਼ ਕਰਨ ਤੇ ਖਰਚ ਕਰਦੀ ਹੈ, ਇਟ ਮੀਨਸ ਗਵਰਨਮੈਂਟ ਜਿਹੜੀ ਹੈ ਇੰਡਾਇਰੈਕਟਲੀ ਇਨਵੈਸਟਮੈਂਟ ਕਰ ਰਹੀ ਹੈ ਇਕੋਨਮੀ ਦੇ ਵਿੱਚ, ਤਾਂ ਇਨਕਮ ਦੇ ਵਿੱਚ ਵਾਧਾ ਵੀ ਹੋ ਸਕਦਾ। ਤਾਂ ਟੈਕਸ ਲਗਾਉਣ ਦੇ ਨਾਲ ਰੀਅਲੀ ਜਿਹੜਾ ਇਨਕਮ ਦੇ ਵਿੱਚ ਘਾਟਾ ਹੁੰਦਾ ਜਾਂ ਨਹੀਂ ਹੁੰਦਾ, ਇਹ ਇੱਕ ਡਿਬੇਟੇਬਲ ਇਸ਼ੂ ਹੈ। ਤਾਂ ਇਸ ਤਰ੍ਹਾਂ ਜਦੋਂ ਸਰਕਾਰ ਲੋਕਾਂ ਦੀ ਭਲਾਈ ਤੇ ਖਰਚ ਕਰਦੀ ਹੈ ਤਾਂ ਉਦੋਂ ਤਾਂ ਇਨਕਮ ਦੇ ਵਿੱਚ ਵਾਧਾ ਹੁੰਦਾ ਹੈ। ਤਾਂ ਜਦੋਂ ਬੂਮ ਹੁੰਦਾ ਹੈ, ਜਦੋਂ ਮੰਦੀ ਤੇਜ਼ੀ ਦਾ ਸਮਾਂ ਹੁੰਦਾ ਹੈ, ਕੀਮਤਾਂ ਲਗਾਤਾਰ ਵਧਦੀਆਂ ਹੁੰਦੀਆਂ ਹਨ, ਤਾਂ ਸਰਕਾਰ ਜਿਹੜੀ ਹੈ ਪ੍ਰੋਗਰੈਸਿਵ ਟੈਕਸ, ਜਿਹਨੂੰ ਪ੍ਰਗਤੀਸ਼ੀਲ ਟੈਕਸ ਕਹਿੰਦੇ ਨੇ, ਪ੍ਰਗਤੀਸ਼ੀਲ ਕਰ ਉਹ ਲਗਾਉਂਦੀ ਹੈ। ਪ੍ਰਗਤੀਸ਼ੀਲ ਕਰ ਕੀ ਹੁੰਦੇ ਨੇ, ਪ੍ਰੋਗਰੈਸਿਵ ਟੈਕਸ ਕੀ ਹੁੰਦੇ ਨੇ, ਉਹ ਟੈਕਸ ਜਿਹੜੇ ਕਿ ਇਨਕਮ ਵਧਣ ਦੇ ਨਾਲ ਨਾਲ ਜਿਸ ਦੀ ਰੇਟ ਦੇ ਵਿੱਚ ਵਾਧਾ ਹੁੰਦਾ, ਮਤਲਬ ਇਨਕਮ ਵਧਣ ਨਾਲ ਰੇਟ ਆਫ ਟੈਕਸ ਇਨਕਰੀਜ਼ ਹੁੰਦਾ, ਉਹਨੂੰ ਅਸੀਂ ਪ੍ਰੋਗਰੈਸਿਵ ਟੈਕਸ ਕਹਿੰਦੇ ਹਾਂ। ਤਾਂ ਜਦੋਂ ਬੂਮ ਹੁੰਦਾ, ਤੇਜ਼ੀ ਦਾ ਸਮਾਂ ਹੁੰਦਾ, ਅਤੇ ਜਦੋਂ ਰਿਸੈਸ਼ਨ ਹੁੰਦਾ ਜਾਂ ਇਕਨੋਮੀ ਜਿਹੜੀ ਹੈ ਡਿਪਰੈਸ਼ਨ ਤੋਂ ਗੁਜ਼ਰ ਰਹੀ ਹੋਵੇ, ਤਾਂ ਉਸ ਹਾਲਤ ਦੇ ਵਿੱਚ ਸਰਕਾਰ ਜਿਹੜੀ ਟੈਕਸਿਸ ਘਟਾ ਦਿੰਦੀ ਹੈ ਅਤੇ ਆਪਣੇ ਐਕਸਪੈਂਡੀਚਰ ਜਿਹੜੀ ਹੈ ਇਨਕਰੀਜ਼
ਇਨਕਰੀਜ਼ ਕਰਨੀ। ਤਾਂ ਇਹ ਜਿਹੜੇ ਸਟੇਬਲਾਈਜ਼ਰਸ ਨੇ, ਇਹ ਜਿਹੜੇ ਨੇ ਸ਼ੌਕ ਅਬਜ਼ੋਰਬਰਸ ਦਾ ਕੰਮ ਕਰਦੇ ਹਨ ਇਕੋਨਮੀ ਦੇ ਵਿੱਚ। ਤਾਂ ਹੁਣ ਅਸੀਂ ਜੇ ਗੱਲ ਕਰੀਏ ਕਿ ਫਿਸਕਲ ਟੂਲਸ ਜਿਹੜੀ ਰਾਜਕੋਸ਼ੀ ਨੀਤੀ ਦੇ ਮੇਨਲੀ ਦੋ ਤਰ੍ਹਾਂ ਦੇ ਟੂਲਸ ਹੈ, ਇੱਕ ਤਾਂ ਐਕਸਪੈਂਡੀਚਰ, ਇੱਕ ਜਿਹੜੇ ਨੇ ਆਪਣੇ ਟਰਾਂਸਫਰ ਪੇਮੈਂਟਸ ਹੋ ਗਏ, ਇੱਕ ਟੈਕਸ ਰੇਟ। ਮੇਨਲੀ ਟੈਕਸ ਅਤੇ ਜਿਹੜਾ ਹੈ ਗੌਰਮੈਂਟ ਸਪੈਂਡਿੰਗ। ਤਾਂ ਗੌਰਮੈਂਟ ਆਪਣੇ ਜਿਹੜੇ ਇਹਨਾਂ ਟੂਲ ਦੀ ਜਿਹੜਾ ਆਕਾਰ ਹੈ, ਇਹਦਾ ਜਿਹੜਾ ਮੈਗਨੀਚਿਊਡ ਹੈ, ਇਹਦੀ ਜਿਹੜੀ ਮਾਤਰਾ ਉਹਦੇ ਵਿੱਚ ਚੇਂਜ ਕਰਦੀ ਹੈ ਅਰਥ ਵਿਵਸਥਾ ਦੀ ਹਾਲਾਤ ਦੇ ਅਨੁਸਾਰ, ਕਿ ਟੈਕਸ ਕਿੰਨਾ ਕੁ ਵਧਾਉਣਾ ਹੈ, ਕਿੰਨਾ ਕੁ ਘਟਾਉਣਾ ਹੈ, ਜਾਂ ਸਪੈਂਡਿੰਗ ਜਿਹੜੀ ਹੈ ਉਹ ਕਿੰਨੀ ਕਰਨੀ ਹੈ, ਕਿੰਨੀ ਵਧਾਉਣੀ ਹੈ, ਕਿੰਨੀ ਘਟਾਉਣੀ ਹੈ, ਡਿਵੈਲਪਮੈਂਟ ਵਰਕਸ। ਤਾਂ ਲੇਕਿਨ ਜਦੋਂ ਗੌਰਮੈਂਟ ਸਪੈਂਡਿੰਗ ਕਰਦੀ ਹੈ ਤਾਂ ਉਸ ਹਾਲਤ ਦੇ ਵਿੱਚ, ਜਿਸ ਤਰ੍ਹਾਂ ਇਸ ਡਾਇਗਰਾਮ 'ਚ ਦਿੱਤਾ ਹੋਇਆ 6.3, ਤਾਂ ਜਦੋਂ AD 0 ਐਗਰੀਗੇਟ ਡਿਮਾਂਡ ਕਰਵ ਹੁੰਦੀ ਹੈ ਅਤੇ ਆਟੋਨਮਸ ਸਪੈਂਡਿੰਗ ਅਸੀਂ A ਬਾਰ 0 ਕਰਦੇ ਹਾਂ, ਤਾਂ ਉਸ ਹਾਲਤ ਦੇ ਵਿੱਚ ਇਕੁਇਲਿਬਰੀਅਮ ਜਿਹੜਾ ਹੈ E 0 ਤੇ ਹੁੰਦਾ ਹੈ, ਅਤੇ ਇਸ ਇਕੁਇਲਿਬਰੀਅਮ ਹਾਲਤ ਦੇ ਵਿੱਚ ਇਨਕਮ ਜਿਹੜੀ ਹੈ ਉਹ Y 0 ਨਿਸ਼ਚਿਤ ਹੁੰਦੀ ਹੈ। ਜਦੋਂ there is change in government expenditure, government spending, ਤਾਂ ਉਸ ਹਾਲਤ ਦੇ ਵਿੱਚ ਜਿਹੜੀ ਡਿਮਾਂਡ ਕਰਵ ਹੈ ਉਹ AD 0 ਤੋਂ ਵੱਧ ਕੇ ਕੀ ਜਾਂਦੀ ਹੈ, AD1, ਅਤੇ ਇਕੁਇਲਿਬਰੀਅਮ E 0 ਤੋਂ ਸ਼ਿਫਟ ਹੋ ਕੇ E1 ਹੋ ਜਾਂਦਾ ਹੈ। ਇਸ ਨਵੇਂ ਸੰਤੁਲਨ ਦੇ ਪੱਧਰ ਤੇ ਇਨਕਮ ਜਿਹੜੀ ਹੈ Y 0 ਤੋਂ ਵੱਧ ਕੇ ਕੀ ਹੈ, Y1 ਹੋ ਜਾਂਦੀ ਹੈ। ਤਾਂ ਜਿਹੜੀ ਚੇਂਜ ਇਨ ਆਟੋਨਮਸ ਗਵਰਨਮੈਂਟ ਸਪੈਂਡਿੰਗ ਹੈ ਉਹ ਚੇਂਜ ਇਨ ਐਗਰੀਗੇਟ ਡਿਮਾਂਡ ਦੇ ਬਰਾਬਰ ਹੈ। ਤਾਂ ਹੁਣ ਜੇ ਇਸ ਨੀਚੇ ਦੀ ਇਕੁਏਸ਼ਨ ਦੇਖੀਏ ਤਾਂ ਚੇਂਜ ਇਨ ਜਿਹੜੀ ਇਨਕਮ ਹੈ, ਚੇਂਜ ਇਨ Y0, ਦੈਟ ਇਜ਼ ਚੇਂਜ ਇਨ ਗਵਰਨਮੈਂਟ ਸਪੈਂਡਿੰਗ, ਅਤੇ ਬਾਕੀ ਸਾਡੇ ਕੋਲ ਪਤਾ ਹੀ ਹੈ C+C into 1 minus T, that is delta Y, क्योंकि जो चेंज इन इनकम होगी उसके अकॉर्डिंगली चेंज इन टैक्सेस भी होएगी। तो ਅਸੀਂ ਅਜ਼ਿਊਮ ਕਰਦੇ ਹਾਂ ਕਿ ਕੰਜ਼ੰਪਸ਼ਨ, ਟਰਾਂਸਫਰ ਰੈਵਨਿਊ ਜਿਹੜੀ ਟਰਾਂਸਫਰ ਪੇਮੈਂਟਸ ਹੈ, ਅਤੇ ਇਨਵੈਸਟਮੈਂਟ ਜਿਹੜੀ ਹੈ ਆਟੋਨਮਸ ਸਪੈਂਡ ਇਨਵੈਸਟਮੈਂਟ ਜਾਂ ਪਲੈਨਡ ਇਨਵੈਸਟਮੈਂਟ ਹੈ, ਉਹ ਕੀ ਹੈ, ਕੌਨਸਟੈਂਟ ਹੈ। ਇਸ ਕਰਕੇ ਚੇਂਜ ਇਨ ਇਕੁਇਲਿਬਰੀਅਮ ਜਿਹੜਾ ਹੈ, ਜੇ ਅਸੀਂ ਇਸ ਨੂੰ ਡੈਲਟਾ Y0 ਅਸੀਂ ਲੈਂਦੇ ਹਾਂ, ਦੈਟ ਇਜ਼ 1/1 ਮਾਈਨਸ C ਇੰਟੂ 1 ਪਲੱਸ T, ਇਹ ਅਸੀਂ ਪਿੱਛੇ ਕਰ ਚੁੱਕੇ ਹਾਂ। ਤਾਂ ਇੰਟੂ ਡੈਲਟਾ G ਦੈਟ ਇਜ਼ ਗਵਰਨਮੈਂਟ ਐਕਸਪੈਂਡੀਚਰ ਦੇ ਕਾਰਨ ਜੋ ਵੀ ਚੇਂਜ ਆ ਰਹੀ ਹੈ, that is equal to alpha G into GI. Alpha G into G, this is nothing but the government spending multiplier. गवर्नमेंट ਜਦੋਂ ਖਰਚ ਕਰਦੀ ਹੈ, ਗਵਰਨਮੈਂਟ ਖਰਚ ਕਰਨ ਦੇ ਨਾਲ ਇਨਕਮ ਵਿੱਚ ਕਿੰਨਾ ਵਾਧਾ ਹੁੰਦਾ ਹੈ, ਮਤਲਬ ਕਿ ਬਿਕੋਜ਼ ਮਲਟੀਪਲਾਇਰ ਕੀ ਹੈ, ਮਲਟੀਪਲਾਇਰ ਇਜ਼ ਦਾ ਰੇਸ਼ੋ ਆਫ ਚੇਂਜ ਇਨ ਇਨਕਮ ਟੂ ਦਾ ਚੇਂਜ ਇਨ ਇਨਵੈਸਟਮੈਂਟ। तो चेंज इन इन्वेस्टमेंट की जगह पे जो चेंज इन गवर्नमेंट एक्सपेंडिचर लेंगे, दैट इज इक्वल टू अल्फा जी। तो चेंज इन इनकम कितनी होएगी, दैट इज अल्फा जी इंटू डेल्टा जी बार, ठीक है। तो ये साढ़े को चेंज इन इनकम है जो असी पता करना होगा। तो हम असी देखते हैं कि जे असी दोनों कंपोनेंट्स ਨੂੰ ਆਪਸ 'ਚ ਮਿਲਾ ਲੈਂਦੇ हैं, दोनों कंपोनेंट्स इन द सेंस कि ਜਿਹੜੀ गवर्नमेंट ਸਾਡੇ ਕੋਲ ਜਿਹੜੀ दो कंपोनेंट ਕੀ ਹੈ कि चेंज इन स्पेंडिंग ਜਿਹੜੀ इनिशियल ਲੈਵਲ ਤੇ ਉਹ ਟੈਕਸ ਘਟਾਉਣ ਦੇ ਕਾਰਨ, ਜੇ ਟੈਕਸ ਨੂੰ ਅਸੀਂ ਘਟਾ ਦਿੰਦੇ ਹਾਂ ਤਾਂ ਜਿਹੜੀ ਸਪੈਂਡਿੰਗ ਹੈ, ਜਿਹੜੀ ਖਰਚ ਹੈ ਉਹ ਕੀ ਹੈ, ਵੱਧ ਜਾਂਦਾ। ਅਤੇ ਦੂਸਰਾ ਜਦੋਂ ਇਨਕਮ ਵੱਧਦੀ ਹੈ, ਇਨਕਮ ਵਧਣ ਦੇ ਨਾਲ ਵੀ ਜਿਹੜਾ ਖਰਚਾ ਹੈ ਉਹ ਕੀ ਹੈ, ਵੱਧਦਾ ਹੈ। ਇਨਕਮ ਵੱਧਦੀ ਹੈ ਤਾਂ ਐਕਸਪੈਂਡੀਚਰ ਵੱਧਦਾ ਹੈ। ਦੂਸਰਾ ਜਦੋਂ ਟੈਕਸ ਰੇਟ ਘਟਦਾ ਹੈ ਤਾਂ ਡਿਸਪੋਜ਼ਲ ਇਨਕਮ ਵੱਧ ਜਾਂਦੀ ਹੈ। ਡਿਸਪੋਜ਼ਲ ਇਨਕਮ ਵਧਣ ਦੇ ਨਾਲ ਜਿਹੜੀ ਲੋਕਾਂ ਦੀ ਜਿਹੜੀ ਸਪੈਂਡਿੰਗ ਹੈ ਉਹ ਕੀ ਹੈ, ਵੱਧ ਜਾਂਦੀ ਹੈ। ਤਾਂ ਉਸ ਦੇ ਨਾਲ ਜਿਹੜੀ ਸਲੋਪ ਆਫ ਦਾ ਡਿਮਾਂਡ ਕਰਵ ਹੈ, ਜਿਸ ਤਰ੍ਹਾਂ ਇਸ ਡਾਇਗਰਾਮ 'ਚ 6.4 ਡਾਇਗਰਾਮ 'ਚ AD0 ਦੇ ਨਾਲੋਂ AD1 ਦੀ ਜਿਹੜੀ ਸਲੋਪ ਹੈ ਉਹ ਕੀ ਹੈ, ਜ਼ਿਆਦਾ। ਇਹ AD0 ਦੇ ਨਾਲੋਂ AD1 ਦੀ ਸਲੋਪ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਟੈਕਸ ਘਟਾਉਣ ਦੇ ਨਾਲ ਜਿਹੜੀ ਡਿਸਪੋਜ਼ੇਬਲ ਇਨਕਮ ਕੀ ਹੈ ਉਹ
ਜ਼ਿਆਦਾ ਹੋ ਗਈ, ਇਸ ਕਰਕੇ ਇਸ ਦੀ ਸਲੋਪ ਕੀ ਹੈ, ਇਨਕਰੀਜ਼ ਹੋ ਗਈ। ਅਤੇ ਸ਼ੁਰੂ ਵਿੱਚ ਜਦੋਂ ਟੈਕਸ ਨਹੀਂ ਘਟਾਇਆ ਸੀਗਾ ਤਾਂ ਇਨਕਮ ਜਿਹੜੀ ਹੈ ਉਹ Y0 ਸੀ ਅਤੇ ਇਕੁਇਲਿਬਰੀਅਮ E0 ਤੇ ਸੀ। ਜਦੋਂ ਟੈਕਸ ਦਾ ਰੇਟ ਘਟਾਤਾ ਤਾਂ ਟੈਕਸ ਦਾ ਘਟਾਉਣ ਦੇ ਨਾਲ ਇਨਕਮ ਜਿਹੜੀ ਹੈ ਉਹ ਵੱਧ ਗਈ ਅਤੇ ਐਕਸਪੈਂਡੀਚਰ ਜਿਹੜਾ ਹੈ ਉਹ ਇਨਕਰੀਜ਼ ਹੋ ਗਿਆ। ਡਿਮਾਂਡ ਜਿਹੜੀ ਹੈ ਉਹ ਕੀ ਹੈ, ਇਨਕਰੀਜ਼ ਹੋ ਗਈ ਅਤੇ ਸਲੋਪ ਜਿਹੜੀ ਹੈ ਐਗਰੀਗੇਟ ਡਿਮਾਂਡ ਦੀ ਕੁੱਲ ਮੰਗ ਦੀ ਉਹ ਵੱਧ ਗਈ, ਜਿਸ ਦੇ ਨਾਲ ਇਕੁਇਲਿਬਰੀਅਮ ਸ਼ਿਫਟ ਹੋ ਕੇ E0 ਤੋਂ E1 ਤੇ ਚਲਾ ਗਿਆ ਅਤੇ ਇਨਕਮ ਦਾ ਲੈਵਲ ਜਿਹੜਾ ਹੈ Y0 ਤੋਂ ਵੱਧ ਕੇ ਕਿੰਨਾ ਹੋ ਗਿਆ, Y1। ਤਾਂ ਹੁਣ ਇਹ ਜੇ ਦੋਨੋਂ ਕੰਪੋਨੈਂਟਸ ਨੂੰ, ਦੋਨੋਂ ਘਟਕ ਨੂੰ ਅਸੀਂ ਆਪਸ 'ਚ ਮਿਲਾ ਦਿੰਦੇ ਹਾਂ ਤਾਂ ਸਾਡੇ ਕੋਲ ਇਹ ਇਕੁਏਸ਼ਨ ਜਿਹੜੀ ਹੈ ਬਣ ਜਾਂਦੀ ਹੈ। ਦੈਟ ਇਜ਼ ਮਤਲਬ ਅਸੀਂ ਲੈ ਰਹੇ ਹਾਂ ਕਿ ਟੈਕਸ ਵਿੱਚ ਕਮੀ ਕਰਨ ਦੇ ਨਾਲ ਮਲਟੀਪਲਾਇਰ ਤੇ ਕੀ ਇਫੈਕਟ ਹੋਏਗਾ। ਤਾਂ ਅਸੀਂ ਦੇਖਦੇ ਹਾਂ ਕਿ ਡੈਲਟਾ Y0 इज इक्वल टू -C। -C की है कि मार्जिन कैपेसिटी टू कंज्यूम जी सी स्मॉल सी जी है मार्जिन कैपेसिटी टू कंज्यूम है ये दैट इज Y इंटू डेल्टा I डेल्टा T प्लस C 1 - T डैश की है जो नवा टैक्स रेट असी लगाया इंटू डेल्टा Y0। टी डैश जोड़ा है मैं आपको दसिया कि नवा टैक्स रेट है। ਤਾਂ ਹੁਣ ਜੇ ਅਸੀਂ ਇਸ ਨੂੰ ਰੀਸ਼ਫਲ ਕਰਦੇ ਹਾਂ ਤਾਂ ਸਾਡੇ ਕੋਲ Y0 ਕੀ ਬਣ ਜਾਏਗਾ, 1/1 - C plus CT into autonomous spending। ਤਾਂ ਹੁਣ ਜੇ ਅਸੀਂ ਟੈਕਸ ਦਾ ਘਟਾਉਣ ਦੇ ਨਾਲ ਇਨਕਮ ਵਿੱਚ ਕਿੰਨੀ ਚੇਂਜ ਆਉਂਦੀ ਹੈ ਤਾਂ ਮਲਟੀਪਲਾਇਰ ਦੀ ਵੈਲਿਊ ਦੈਟ ਇਜ਼ ਡੈਲਟਾ Y0 divided by delta T that is in ਟੈਕਸ ਵਿੱਚ ਚੇਂਜਿਸ ਕਰਨ ਦੇ ਨਾਲ ਇਨਕਮ ਵਿੱਚ ਕਿੰਨੀ ਚੇਂਜ ਜਾਂਦੀ ਹੈ ਤਾਂ ਸਾਡੇ ਕੋਲ -C/1 - C plus CT ਦਾ ਸਕੇਅਰ ਆਏਗਾ ਇਨਟੂ ਆਟੋਨਮਸ ਸਪੈਂਡਿੰਗ। ਅਤੇ ਜਿਹੜਾ ਆਟੋਨਮਸ ਸਪੈਂਡਿੰਗ ਹੈ ਦੈਟ ਇਜ਼ ਇਕੁਅਲ ਟੂ Y0 ਇੰਟੂ 1 - C plus CT। ਇਸ ਦੀ ਵੈਲਿਊ ਨੂੰ ਜੇ ਅਸੀਂ ਸਬਸਟੀਟਿਊਟ ਕਰਦੇ ਹਾਂ ਤਾਂ ਸਾਡੇ ਕੋਲ ਟੈਕਸ ਮਲਟੀਪਲਾਇਰ ਦੀ ਵੈਲਿਊ ਸਾਰੀਆਂ ਵੈਲਿਊਜ਼ ਕਰਕੇ ਤਾਂ ਦਿਸ ਵਿਲ ਬੀ ਲਾਈਕ ਦਿਸ, ਨੀਚੇ ਦਿੱਤਾ ਹੋਇਆ ਕਿ ਦਿਸ ਇਜ਼ ਡੈਲਟਾ Y0 ਚੇਂਜ ਇਨ ਇਨਕਮ ਜਿਹੜੀ ਹੈ ਜਾਂ ਚੇਂਜ ਇਨ ਟੈਕਸ ਦੇ ਵਿੱਚ ਚੇਂਜਿਸ ਕਰਕੇ ਇਨਕਮ ਜਿਹੜੀ ਚੇਂਜਿਸ ਆਏਗੀ ਦੈਟ ਇਜ਼ -C/Y0 ਅਪੋਨ 1 - C plus CT। ਠੀਕ ਹੈ। ਅਤੇ ਇਹ ਸਾਡੇ ਕੋਲ ਜੇ ਅਸੀਂ डेल्टा T ਨੂੰ ਉਧਰਲੇ ਪਾਸੇ ਲੈ ਜਾਂਦੇ ਹਾਂ, ਰਾਈਟ ਸਾਈਡ ਤੇ ਲੈ ਜਾਂਦੇ ਹਾਂ ਤਾਂ ਚੇਂਜ ਇਨ ਇਨਕਮ ਇਟ ਵਿਲ ਬੀ ਲਾਈਕ ਦਿਸ। ਇਸੇ ਤਰ੍ਹਾਂ ਮਤਲਬ ਕਿ ਅਸੀਂ ਦੇਖਦੇ ਹਾਂ ਕਿ ਦਿਸ ਇਜ਼ ਨਥਿੰਗ ਬਟ ਦਾ ਇਨਕਮ ਟੈਕਸ ਮਲਟੀਪਲਾਇਰ ਜਿਹਨੂੰ ਅਸੀਂ ਡਿਨੋਟ ਕਰਦੇ ਹਾਂ ਅਲਫਾ T ਦੇ ਨਾਲ। ਜੇ ਇਸੇ ਤਰ੍ਹਾਂ ਟਰਾਂਸਫਰ ਪੇਮੈਂਟ ਦੇ ਇਫੈਕਟ ਨੂੰ ਅਸੀਂ ਲਈਏ ਤਾਂ ਡੈਲਟਾ Y0 ਕਿ ਇਨਕਮ ਵਿੱਚ ਕੀ ਚੇਂਜ ਆਉਂਦੀ ਹੈ ਬਿਕੋਜ਼ ਆਫ ਚੇਂਜ ਇਨ ਦਾ ਟਰਾਂਸਫਰ ਰੈਵਨਿਊ ਤੇ ਟਰਾਂਸਫਰ ਪੇਮੈਂਟਸ ਜਿਹੜੀਆਂ ਨੇ ਤਾਂ ਉਹ ਸਾਡੇ ਕੋਲ ਆਏਗਾ C/1 - C plus CT। ਇਹ ਸਾਡੇ ਕੋਲ ਕੀ ਹੈ ਅਲਫਾ TR ਦੈਟ ਇਜ਼ ਬਿਕੋਜ਼ ਆਫ ਟਰਾਂਸਫਰ ਪੇਮੈਂਟਸ ਮਲਟੀਪਲਾਇਰ ਤੇ ਕੀ ਇਫੈਕਟ ਹੋਏਗਾ। ਇੱਕ ਚੀਜ਼ ਮੈਂ ਹੋਰ ਦੱਸਣਾ ਚਾਹਾਂਗਾ ਕਿ ਟੈਕਸ ਮਲਟੀਪਲਾਇਰ ਜਿਹੜਾ ਹੈ ਉਹ ਮਾਈਨਸ ਹੈ। ਮਾਈਨਸ ਇਸ ਕਰਕੇ ਹੈ ਕਿ ਇਨਕਮ ਅਤੇ ਟੈਕਸ ਦੇ ਵਿੱਚ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਇਨਵਰਸ ਹੈ। ਜੇ ਟੈਕਸ ਦਾ ਰੇਟ ਜ਼ਿਆਦਾ ਹੁੰਦਾ ਤਾਂ ਇਨਕਮ ਕੀ ਹੈ, ਘਟਦੀ ਹੈ। ਜੇ ਟੈਕਸ ਘਟਦਾ ਹੈ ਤਾਂ ਇਨਕਮ ਕੀ ਹੈ, ਜ਼ਿਆਦਾ ਹੁੰਦੀ। ਲੇਕਿਨ ਜੇ ਟਰਾਂਸਫਰ ਪੇਮੈਂਟ ਜ਼ਿਆਦਾ ਹੋਏਗੀ ਤਾਂ ਇਨਕਮ ਵੀ ਜ਼ਿਆਦਾ ਹੋਵੇਗੀ। ਤਾਂ ਇਸ ਤਰ੍ਹਾਂ ਤਾਂ ਨਿਚਲੇ ਪਾਸੇ ਸਾਡੇ ਕੋਲ ਅਸੀਂ ਦੇਖਦੇ ਹਾਂ ਕਿ ਜਿਹੜੀ ਚੇਂਜ ਇਨ ਇਨਕਮ ਹੈ ਬਿਕੋਜ਼ ਆਫ ਚੇਂਜ ਇਨ ਟਰਾਂਸਫਰ ਜਾਂ ਪੇਮੈਂਟ ਤਾਂ ਉਹ ਸਾਡੇ ਕੋਲ ਇਹ ਹੈ ਦੈਟ ਇਜ਼ ਡੈਲਟਾ Y0 ਇਜ਼ ਇਕੁਅਲ ਟੂ C/1 - C plus CT ਇੰਟੂ ਟਰਾਂਸਫਰ ਪੇਮੈਂਟ। ਤਾਂ ਇਹਨਾਂ ਸਾਰਿਆਂ ਨੂੰ ਅਸੀਂ ਰੀਸ਼ਫਲ ਕਰਕੇ ਵੈਲਿਊ ਸਾਡੇ ਕੋਲ ਇਹ ਆ ਜਾਂਦੀ ਹੈ। ਹੁਣ ਬਜਟ ਸਾਡੇ ਕੋਲ ਤਿੰਨ ਤਰ੍ਹਾਂ ਦੇ ਹੁੰਦੇ ਹਨ, ਅਸੀਂ ਡਿਸਕਸ ਕੀਤਾ ਹੋਇਆ ਪਹਿਲਾਂ ਵੀ
ਤਿੰਨ ਤਰ੍ਹਾਂ ਦੇ ਕੀ ਨੇ, ਇੱਕ ਤਾਂ ਡੈਫਿਸਿਟ ਬਜਟ ਹੁੰਦਾ ਹੈ, ਇੱਕ ਸਰਪਲਸ ਬਜਟ ਹੁੰਦਾ ਹੈ, ਅਤੇ ਇੱਕ ਕੀ ਹੁੰਦਾ ਹੈ, ਬੈਲੈਂਸ ਬਜਟ। ਤਾਂ ਬਜਟ ਹੁੰਦਾ ਕੀ ਹੈ? ਬਜਟ ਇੱਕ ਵਿਅਕਤੀ ਦੇ ਲਈ ਵੀ ਬਹੁਤ ਹੀ ਇੰਪੋਰਟੈਂਟ। ਇੱਕ ਇੰਡੀਵਿਜੂਅਲ ਵੀ ਇਸ ਗੱਲ 'ਚ ਇੰਟਰਸਟ ਰੱਖਦਾ ਹੁੰਦਾ ਹੈ ਜਾਂ ਇੰਟਰਸਟਿਡ ਹੁੰਦਾ ਹੈ ਕਿ ਉਸਦੀ ਇਨਕਮ ਕਿੰਨੀ ਹੈ ਅਤੇ ਕਿੰਨੀ ਇਨਕਮ ਉਹਨਾਂ ਨੂੰ ਮਿਲੇਗੀ, ਅਤੇ ਉਹਨਾਂ ਦਾ ਇੱਕ ਨਿਸ਼ਚਿਤ ਸਮੇਂ 'ਤੇ ਉਹ ਖਰਚ ਕਿੰਨਾ ਕਰਨਾ ਹੈ। ਮਤਲਬ ਆਮਦਨ ਦੇ ਅਨੁਸਾਰ ਇੱਕ ਇੰਡੀਵਿਜੂਅਲ ਜਿਹੜਾ ਹੈ ਆਪਣਾ ਖਰਚ ਕਰਨਾ ਹੈ। ਲੇਕਿਨ ਗੌਰਮੈਂਟ ਜਿਹੜਾ ਹੈ ਜਾਂ ਇਕੋਨਮੀ ਦੇ ਐਂਗਲ ਤੋਂ ਅਸੀਂ ਜਦੋਂ ਗੱਲ ਕਰਦੇ ਹਾਂ, ਤਾਂ ਇੱਕ ਰਾਸ਼ਟਰ ਦੇ ਐਂਗਲ ਤੋਂ ਅਸੀਂ ਗੱਲ ਕਰਦੇ ਹਾਂ, ਤਾਂ ਐਸਾ ਨਹੀਂ ਹੁੰਦਾ, ਉੱਥੇ ਉਲਟ ਹੁੰਦਾ। ਉੱਥੇ ਖਰਚ ਦੇ ਅਕੋਰਡਿੰਗਲੀ ਇਨਕਮ ਜਿਹੜੀ ਹੈ ਉਹ ਰੇਜ਼ ਕੀਤੀ ਜਾਂਦੀ ਹੈ। ਮਤਲਬ ਆਮਦਨ ਦੇ ਅਕੋਰਡਿੰਗਲੀ ਖਰਚ ਨਹੀਂ ਕੀਤੀ ਜਾਂਦੀ। ਖਰਚ ਜਿੰਨਾ ਕਰਨਾ ਹੁੰਦਾ ਹੈ ਲੋਕਾਂ ਦੀ ਭਲਾਈ ਦੇ ਲਈ, ਡਿਵੈਲਪਮੈਂਟ ਵਰਕਸ ਕਰਨੇ ਹੁੰਦੇ ਨੇ, ਉਸਦੇ ਅਕੋਰਡਿੰਗਲੀ, ਉਸਦੇ ਅਨੁਸਾਰ ਜਿਹੜੀ ਹੈ ਇਨਕਮ ਜਿਹੜੀ ਹੈ ਉਹ ਅਰੇਂਜ ਕਰਨੀ ਹੁੰਦੀ ਹੈ। ਤਾਂ ਗੌਰਮੈਂਟ ਦੇ ਲਈ ਵੀ ਇਹ ਜ਼ਰੂਰੀ ਹੁੰਦਾ ਹੈ ਪਤਾ ਕਰਨਾ, ਜਾਂ ਉਹਨਾਂ ਨੂੰ ਪਤਾ ਹੋਣਾ ਕਿ ਉਹਨਾਂ ਦੀ ਆਮਦਨ ਦੇ ਵੱਖਰੇ ਵੱਖਰੇ ਜਿਹੜੇ ਸਾਧਨ ਕਿਹੜੇ ਕਿਹੜੇ ਨੇ, ਕਿੰਨੀ ਕਿੰਨੀ ਆਮਦਨ ਉਹਨਾਂ ਨੂੰ ਡਿਫਰੈਂਟ ਟੈਕਸਿਸ ਤੋਂ ਮਿਲਣੀ ਹੈ, ਅਤੇ ਹੋਰ ਟੈਕਸਿਸ ਤੋਂ ਇਲਾਵਾ ਕਿ ਕਿਹੜੇ ਕਿਹੜੇ ਜਿਹੜੇ ਉਹਨਾਂ ਕੋਲ ਸੋਰਸਿਸ ਹੈ ਟੈਕਸ ਰੈਵਨਿਊ ਨੂੰ ਰੇਜ਼ ਕਰਨ, ਅਤੇ ਕਿਹੜੇ ਕਿਹੜੇ ਫੀਲਡਸ ਨੇ, ਕਿਹੜੇ ਕਿਹੜੇ ਖੇਤਰ ਨੇ ਜਿੱਥੇ ਉਹਨਾਂ ਨੇ ਖਰਚ ਕਰਨਾ। ਇਸ ਲਈ ਗੌਰਮੈਂਟ ਦਾ ਜਿਹੜਾ ਬਜਟ ਹੈ ਉਹ ਵੀ ਬਹੁਤ, ਗੌਰਮੈਂਟ ਦਾ ਜਿਹੜਾ ਬਜਟ ਹੈ ਉਹ ਬੜਾ ਇੰਪੋਰਟੈਂਟ ਹੁੰਦਾ। ਤਾਂ ਬਜਟ ਦੇ ਵਿੱਚ, ਬਜਟ ਹੁੰਦਾ ਕੀ ਹੈ, ਜਿਸ ਦੇ ਵਿੱਚ ਅਸੀਂ ਰੈਵਨਿਊ ਅਤੇ ਐਕਸਪੈਂਡੀਚਰ ਦਾ ਕੀ ਕਰਦੇ ਹਾਂ, ਰਿਕਾਰਡ ਕਰਦੇ ਹਾਂ। ਤਾਂ ਜੇ ਬਜਟ ਡੈਫਿਸਿਟ ਹੋਵੇ ਤਾਂ ਇਹਦਾ ਮਤਲਬ ਗੌਰਮੈਂਟ ਦੀ ਜਿਹੜੀ ਸਪੈਂਡਿੰਗ ਹੈ, ਗੌਰਮੈਂਟ ਦੇ ਜਿਹੜੇ ਖਰਚ ਨੇ ਉਹ ਆਮਦਨ ਦੇ ਨਾਲੋਂ ਜ਼ਿਆਦਾ ਹੈ। ਅਤੇ ਜੇ ਸਰਪਲਸ ਬਜਟ ਹੋਵੇ, ਇਸ ਦਾ ਮਤਲਬ ਰੈਵਨਿਊ ਜ਼ਿਆਦਾ ਹੈ ਗੌਰਮੈਂਟ ਦੀ, ਅਤੇ ਇਨਕਮ ਕੀ ਹੈ, ਘੱਟ ਹੈ। ਅਤੇ ਜੇ ਬੈਲੈਂਸ ਬਜਟ ਹੋਵੇ ਤਾਂ ਬੈਲੈਂਸਡ ਮੀਨਸ ਜਿੰਨੀ ਗੌਰਮੈਂਟ ਦੀ ਇਨਕਮ ਹੈ ਉਨਾ ਹੀ ਗੌਰਮੈਂਟ ਜਿਹੜੀ ਹੈ ਉਹ ਖਰਚ ਕਰਦੀ ਹੈ। ਹੁਣ ਇਸ ਦੇ ਵਿੱਚ ਇਹ ਸਾਰਾ ਕੁਛ ਜਦੋਂ ਸਾਨੂੰ ਪਤਾ ਲੱਗਿਆ ਕਿ ਬਜਟ ਕੀ ਹੁੰਦਾ ਹੈ, ਅਤੇ ਬਜਟ ਸਰਪਲਸ ਜਾਂ ਡੈਫਿਸਿਟ ਜਾਂ ਬੈਲੈਂਸ ਬਜਟ ਹੋ ਸਕਦਾ ਹੈ। ਜੇ ਬਜਟ ਸਰਪਲਸ ਹੋਵੇ ਤਾਂ ਕੀ ਹੈ, ਅਸੀਂ ਜੋ ਸਰਕਾਰ ਦੀ ਇਨਕਮ ਦਾ ਜਿਹੜਾ ਸੋਰਸ ਹੈ, ਮੇਨ ਸੋਰਸ ਜਿਹੜਾ ਹੈ ਉਹ ਟੈਕਸਿਸ ਹੁੰਦਾ ਹੈ। ਤਾਂ ਟੀ ਏ ਦੈਟ ਇਜ਼ ਟੈਕਸਿਸ, ਇਹਨੂੰ ਅਸੀਂ ਮੰਨ ਰਹੇ ਹਾਂ ਕੌਨਸਟੈਂਟ। ਅਤੇ ਇਸ ਦੇ ਵਿੱਚ ਗੌਰਮੈਂਟ ਦਾ ਦੂਸਰਾ ਟੂਲ ਹੈ, ਗੌਰਮੈਂਟ ਐਕਸਪੈਂਡੀਚਰ ਕਰਦੀ ਹੈ। ਤਾਂ ਐਕਸਪੈਂਡੀਚਰ ਜਿਹੜਾ ਇਹ ਮਾਈਨਸ ਇਸ ਕਰਕੇ ਲੈ ਕੇ ਕਿ ਇਨਕਮ ਜੋ ਪ੍ਰਾਪਤ ਹੋਈ ਟੈਕਸਿਸ ਤੋਂ, ਉਹ ਗੌਰਮੈਂਟ ਨੇ ਖਰਚ ਕਰਤੀ ਕਾਫੀ ਬਲਕ ਪੋਰਸ਼ਨ। ਅਤੇ ਦੂਸਰਾ ਜਿਹੜਾ ਸੋਰਸ ਆਫ ਜਾਂ ਏਰੀਆ ਆਫ ਐਕਸਪੈਂਡੀਚਰ ਹੈ ਗੌਰਮੈਂਟ ਦਾ, ਉਹ ਹੈ ਟਰਾਂਸਫਰ ਪੇਮੈਂਟਸ। ਤਾਂ ਟਰਾਂਸਫਰ ਪੇਮੈਂਟਸ ਨੂੰ ਵੀ ਅਸੀਂ ਕੀ ਕਰਤਾ, ਮਾਈਨਸ ਕਰਤਾ। ਤਾਂ ਹੁਣ ਟੀ ਏ ਨੂੰ ਦੀ ਜਗ੍ਹਾ ਤੇ ਅਸੀਂ ਟੀ ਵਾਈ ਲੈ ਲਿਆ ਕਿ ਇਨਕਮ ਦਾ ਇੱਕ ਫਰੈਕਸ਼ਨ ਅਸੀਂ ਟੈਕਸ ਦੇ ਰੂਪ ਵਿੱਚ ਲਗਾ ਰਹੇ ਹਾਂ। ਤਾਂ ਇਸ ਟੀ ਵਾਈ ਦੇ ਵਿੱਚੋਂ ਮਾਈਨਸ ਜੀ ਦੈਟ ਇਜ਼ ਗਵਰਨਮੈਂਟ ਸਪੈਂਡਿੰਗ, ਅਤੇ ਟਰਾਂਸਫਰ ਰੈਵਨਿਊ ਅਸੀਂ ਕੀ ਕਰ ਰਹੇ ਹਾਂ, ਮਾਈਨਸ ਕਰ ਰਹੇ ਹਾਂ। ਤਾਂ ਹੁਣ ਇਨਕਮ, ਇਹ ਨਿਚਲੀ ਜਿਹੜੀ ਡਾਇਗਰਾਮ ਹੈ, ਨਿਚਲੀ ਡਾਇਗਰਾਮ ਦੇ ਵਿੱਚ ਜਿਹੜੀ ਪੁਆਇੰਟ ਆਫ ਓਰੀਜਨ ਹੈ, ਪੁਆਇੰਟ ਆਫ ਓਰੀਜਨ ਤੋਂ ਵਾਈ ਐਕਸਿਸ ਤੋਂ ਨਿਚਲੇ ਪਾਸੇ ਇਹ ਮਾਈਨਸ ਹੈ, ਕਿ ਜੇ ਇਸ ਤੋਂ ਜ਼ਿਆਦਾ ਮਤਲਬ ਨਿਚਲੇ ਪਾਸੇ ਅਸੀਂ ਜਾਂਦੇ ਹਾਂ ਤਾਂ ਇਹਦਾ ਮਤਲਬ ਗੌਰਮੈਂਟ ਐਕਸਪੈਂਡੀਚਰ ਅਤੇ ਜਿਹੜਾ ਟਰਾਂਸਫਰ ਪੇਮੈਂਟਸ ਤੋਂ ਜਿਹੜਾ ਖਰਚਾ ਹੈ ਉਹ ਇਨਕਮ ਦੇ ਨਾਲੋਂ ਕੀ ਹੈ, ਜ਼ਿਆਦਾ। ਤਾਂ ਇਸ ਦਾ ਮਤਲਬ ਕੀ ਹੈ, ਇਹ ਡੈਫਿਸਿਟ ਬਣ ਗਿਆ। ਅਤੇ ਜੇ ਇਹ ਇਨਕਮ ਜ਼ਿਆਦਾ ਹੈ, ਅਤੇ ਇਨਕਮ ਜ਼ਿਆਦਾ ਹੈ, ਅਤੇ ਜਿਹੜਾ ਗੌਰਮੈਂਟ ਐਕਸਪੈਂਡੀਚਰ ਅਤੇ ਟਰਾਂਸਫਰ ਪੇਮੈਂਟ ਤੋਂ ਜਿਹੜਾ ਖਰਚਾ ਹੈ ਉਹ ਘੱਟ ਹੈ, ਤਾਂ ਬਜਟ ਕੀ ਹੋ ਜਾਏਗਾ, ਸਰਪਲਸ ਹੋ ਜਾਏਗਾ। ਤਾਂ ਇਸ ਦਾ ਮਤਲਬ Y0 ਪੁਆਇੰਟ ਦੇ ਉੱਤੇ ਇਨਕਮ ਅਤੇ ਐਕਸਪੈਂਡੀਚਰ ਦੋਨੋਂ ਇੱਕ ਦੂਜੇ ਦੇ ਕੀ ਨੇ, ਬਰਾਬਰ ਨੇ। ਤਾਂ Y0 ਤੋਂ ਰਾਈਟ ਸਾਈਡ ਤੇ ਉੱਪਰਲੇ ਪਾਸੇ ਬਜਟ ਜਿਹੜਾ ਹੈ ਉਹ ਸਰਪਲਸ ਹੈ, ਅਤੇ ਇਸ ਦੇ ਨਿਚਲੇ ਪਾਸੇ ਲੈਫਟ ਸਾਈਡ ਤੇ ਬਜਟ ਜਿਹੜਾ ਹੈ ਉਹ ਕੀ ਹੈ, ਡੈਫਿਸਿਟ ਹੈ। ਉਹ ਡੈਫਿਸਿਟ ਬਜਟ ਨੂੰ ਕੀ ਕਰਦਾ ਹੈ, ਸ਼ੋ ਕਰਦਾ ਹੈ। ਸਰਪਲਸ ਬਜਟ ਅਸੀਂ ਕਦੋਂ ਫੋਲੋ ਕਰਦੇ ਹਾਂ, ਜਦੋਂ ਬੂਮ ਹੁੰਦਾ, ਤੇਜ਼ੀ ਕਰਨ ਦਾ ਸਮਾਂ ਹੁੰਦਾ। ਉਸ ਹਾਲਤ ਦੇ ਵਿੱਚ ਸਰਕਾਰ ਕੀ ਹੈ, ਟੈਕਸ ਜ਼ਿਆਦਾ ਲਗਾਉਂਦੀ ਹੈ, ਖਰਚ ਜਿੰਨਾ ਘਟਾ ਸਕਦੀ ਹੈ ਘਟਾ ਲੈਂਦੀ ਹੈ।
ਲੇਕਿਨ ਜਦੋਂ ਰਿਸੈਸ਼ਨ ਦਾ ਸਮਾਂ ਹੁੰਦਾ ਹੈ, ਸੁਸਤੀ ਦਾ ਸਮਾਂ ਹੁੰਦਾ ਹੈ, ਮੰਦੀ ਗੱਲ ਦਾ ਸਮਾਂ ਹੁੰਦਾ ਹੈ, ਤਾਂ ਉਸ ਹਾਲਤ ਦੇ ਵਿੱਚ ਗੌਰਮੈਂਟ ਆਪਣੇ ਐਕਸਪੈਂਡੀਚਰ ਜਿਹੜੇ ਆ ਉਹ ਇਨਕਰੀਜ਼ ਕਰ ਦਿੰਦੀ ਹੈ ਅਤੇ ਜਿਹੜੇ ਟੈਕਸਿਸ ਹੈ ਉਹ ਕੀ ਹੈ ਘਟਾ ਦਿੰਦੀ ਹੈ, ਤਾਂ ਕਿ ਲੋਕਾਂ ਦੀ ਡਿਸਪੋਜ਼ਲ ਇਨਕਮ ਕੀ ਹੈ ਉਹ ਜ਼ਿਆਦਾ ਹੋ ਜਾਏ ਅਤੇ ਇਕੋਨਮੀ ਜਿਹੜੀ ਹੈ ਉਹ ਬੂਮ ਤੋਂ ਇਕੋਨਮੀ ਜਿਹੜੀ ਹੈ ਉਹ ਡਿਪਰੈਸ਼ਨ ਤੋਂ ਕੀ ਹੈ ਬਾਹਰ। ਤਾਂ ਹੁਣ ਅਸੀਂ ਦੇਖਦਾ ਕਿ ਬਜਟ ਦਾ, ਟੈਕਸਿਸ ਦਾ ਅਤੇ ਗਵਰਨਮੈਂਟ ਸਪੈਂਡਿੰਗ ਦਾ ਮਲਟੀਪਲਾਇਰ ਤੇ ਕੀ ਅਸਰ ਹੁੰਦਾ। ਹੁਣ ਜਿਹੜੀ ਚੇਂਜ ਇਨ ਇਨਕਮ ਹੈ, ਜਿਹੜੀ ਗਵਰਨਮੈਂਟ ਸਪੈਂਡਿੰਗ ਹੈ, ਜੇ ਗਵਰਨਮੈਂਟ ਖਰਚ ਜ਼ਿਆਦਾ ਕਰਦੀ ਹੈ ਤਾਂ ਉਹਦੇ ਨਾਲ ਜਿਹੜਾ ਸਰਪਲਸ ਬਜਟ ਹੈ ਉਹ ਕੀ ਹੈ ਘੱਟ ਹੈ। ਤਾਂ ਹੁਣ ਡੈਲਟਾ ਵਾਈ ਇਨਕਮ ਵਿੱਚ ਕਿੰਨੀ ਚੇਂਜ ਆਏਗੀ, ਜਿੰਨਾ ਗਵਰਨਮੈਂਟ ਕੀ ਹੈ ਖਰਚ ਕਰ ਰਹੀ ਹੈ, ਜਿੰਨਾ ਖਰਚ ਜ਼ਿਆਦਾ ਕਰੇਗੀ ਉਨਾ ਹੀ ਇਨਕਮ ਵਿੱਚ ਚੇਂਜ ਕੀ ਹੈ ਜ਼ਿਆਦਾ ਹੋਏਗੀ। ਅਤੇ ਜਿਹੜੀ ਚੇਂਜ ਹੈ ਉਹ ਟੈਕਸ ਦੇ ਕਾਰਨ ਵੀ ਹੁੰਦੀ ਹੈ। ਤਾਂ ਟੈਕਸ ਵਿੱਚ ਜਿੰਨੀ ਚੇਂਜ ਆਉਂਦੀ ਹੈ ਡੈਲਟਾ ਟੀ ਹੈ, ਜਿੰਨੀ ਟੈਕਸ ਵਿੱਚ ਅਸੀਂ ਚੇਂਜ ਕਰ ਰਹੇ ਹਾਂ ਉਨੀ ਰਾਈਟ ਹੈਂਡ ਸਾਈਡ ਤੇ ਇਨਕਮ ਵਿੱਚ ਜਿਹੜੀ ਹੈ ਚੇਂਜ ਆਏਗੀ। ਸਾਨੂੰ ਦੱਸਿਆ ਆਪਾਂ ਪਹਿਲਾਂ ਵੀ ਕੀਤਾ, ਜੇ ਟੈਕਸ ਘਟਾਉਂਦੇ ਹਾਂ ਤਾਂ ਇਨਕਮ ਵਧੇਗੀ, ਜੇ ਟੈਕਸ ਵਧਾਉਂਦੇ ਹਾਂ ਤਾਂ ਇਨਕਮ ਕੀ ਹੈ ਘਟੇਗੀ। ਤਾਂ ਦੈਟ ਇਜ਼ ਟੀ ਡੈਲਟਾ ਵਾਈ। ਠੀਕ ਹੈ ਜੀ। ਤਾਂ ਹੁਣ ਅਸੀਂ ਜਿਹੜੀ ਟੀ ਡੈਲਟਾ ਵਾਈ ਜਿਹੜੀ ਹੈ, ਜੇ ਡੈਲਟਾ ਵਾਈ ਉੱਪਰ ਪਾਸੇ ਸੇ ਲਿਆ ਕਿ ਡੈਲਟਾ ਵਾਈ ਜਿਹੜੀ ਇਨਕਮ ਵਿੱਚ ਚੇਂਜ ਹੈ ਉਹ ਗਵਰਨਮੈਂਟ ਐਕਸਪੈਂਡੀਚਰ ਦੇ ਬਰਾਬਰ ਹੈ। ਜੇ ਡੈਲਟਾ ਵਾਈ ਦੀ ਜਗ੍ਹਾ ਤੇ ਅਸੀਂ ਡੈਲਟਾ ਜੀ ਇਨਟੂ ਜੀ ਲੈ ਲਈਏ, ਸਬਸਟੀਟਿਊਟ ਕਰ ਦਈਏ, ਤਾਂ ਇਸ ਦਾ ਮਤਲਬ ਕਿ ਚੇਂਜ ਇਨ ਟੈਕਸਿਸ ਦੈਟ ਇਜ਼ ਇਕੁਅਲ ਟੂ ਟੀ ਡੈਲਟਾ ਜੀ, ਸੌਰੀ ਡੈਲਟਾ ਡੈਲਟਾ ਅਲਫਾ ਜੀ ਇਨਟੂ ਡੈਲਟਾ ਜੀ ਆ ਜਾਏਗਾ। ਤਾਂ ਜਦੋਂ ਬਜਟ ਸਰਪਲਸ ਜਿਹੜਾ ਹੈ ਉਸ 'ਚ ਕੀ ਹੋਏਗਾ, ਚੇਂਜ ਇਨ ਬਜਟ ਸਰਪਲਸ ਜੋ ਟੈਕਸਿਸ ਤੋਂ ਇਨਕਮ ਆਉਂਦੇ हैं ਉਸ ਦੇ ਵਿੱਚੋਂ ਗਵਰਨਮੈਂਟ ਐਕਸਪੈਂਡੀਚਰ ਅਸੀਂ ਮਾਈਨਸ ਕਰਦੇ, ਦੈਟ ਇਜ਼ ਡੈਲਟਾ ਟੀ ਏ ਮਾਈਨਸ ਡੈਲਟਾ ਜੀ ਬਾਰ। ਹੁਣ ਡੈਲਟਾ ਟੀ ਏ ਅਸੀਂ ਹੁਣੇ ਉੱਪਰ ਦਿੱਤਾ ਹੈ ਕਿ ਟੀ ਅਲਫਾ ਜੀ ਇੰਟੂ ਡੈਲਟਾ ਜੀ ਬਾਰ, ਇਸ ਦੇ ਵਿੱਚੋਂ ਮਾਈਨਸ ਡੈਲਟਾ ਜੀ ਬਾਰ ਅਸੀਂ ਮਾਈਨਸ ਕਰਤਾ। ਹੁਣ ਇਸ ਸਾਰੇ ਨੂੰ ਜਦੋਂ ਅਸੀਂ ਰੀਸ਼ਫਲ ਕਰਦੇ ਹਾਂ, ਰੀਸ਼ਫਲ ਕਰਕੇ ਤਾਂ ਸਾਡੇ ਕੋਲ ਟੀ ਅਲਫਾ ਜੀ ਇੰਟੂ ਡੈਲਟਾ ਜੀ ਬਾਰ ਇਸ ਦੀ ਜਗ੍ਹਾ ਤੇ ਅਸੀਂ ਇਹ ਲਿਖ ਸਕਦੇ ਹਾਂ ਡੈਟ ਇਜ਼ ਟੀ ਅਲਫਾ ਜੀ ਮਾਈਨਸ 1। ਇਹ ਅਸੀਂ ਪਿੱਛੇ ਲਈ ਕੀਤਾ ਹੈ ਕਿ 1 ਮਾਈਨਸ ਟੀ ਅਪੋਨ 1 ਮਾਈਨਸ ਸੀ प्लस सी टी माइनस 1 इंटू डेल्टा जी। ये साढ़े कोल की आएगा टैक्स का इंपैक्ट आएगा, टैक्स ਅਤੇ ਜਿਹੜਾ ਡੈਲਟਾ ਜੀ ਹੈ ਦੈਟ ਇਜ਼ ਦਾ ਇੰਪੈਕਟ ਆਫ ਦਾ ਗਵਰਨਮੈਂਟ ਸਪੈਂਡਿੰਗ। ਤਾਂ ਇਹਨੂੰ ਜੇ ਅਸੀਂ ਰੀਸ਼ਫਲ ਕਰਦੇ ਹਾਂ ਅਤੇ ਇਸ ਨੂੰ ਅਸੀਂ ਸਿੰਪਲੀਫਾਈ ਕਰਦੇ ਹਾਂ ਅਤੇ ਸਿੰਪਲੀਫਾਈ ਕਰਕੇ ਦਿਸ ਵਿਲ ਬੀ ਇਕੁਅਲ ਟੂ minus, this is the value minus 1 minus t into 1 minus c upon 1 minus c into 1 minus t into delta g bar। ਇਹ ਸਾਡੇ ਕੋਲ ਵੈਲਿਊ ਆ ਗਈ। ਤਾਂ ਹੁਣ ਇਸ ਵੈਲਿਊ ਦੇ ਵਿੱਚ, ਇਸ ਫਾਰਮੂਲੇ ਦੇ ਵਿੱਚ ਜੇ ਅਸੀਂ ਮੰਨ ਲਓ ਇੱਕ ਐਗਜ਼ਾਮਪਲ ਦੇ ਨਾਲ ਇਸ 'ਚ ਸਬਸਟੀਟਿਊਟ ਕਰੀਏ ਵੈਲਿਊ, ਤਾਂ ਅਸੀਂ ਮੰਨਦੇ ਹਾਂ ਕਿ ਮੰਨ ਲਓ ਮਾਰਜਨ ਪਲੱਸ ਟੂ ਟੂ ਕੰਜ਼ਿਊਮ ਜਿਹੜੀ ਹੈ 0.8 ਹੈ ਅਤੇ ਜਿਹੜਾ ਟੈਕਸਿਸ ਹੈ ਦੈਟ ਇਜ਼ 0.25 ਅਤੇ ਗਵਰਨਮੈਂਟ ਸਪੈਂਡਿੰਗ ਜਿਹੜੀ ਹੈ ਚੇਂਜ ਇਨ ਗਵਰਨਮੈਂਟ ਸਪੈਂਡਿੰਗ ਦੈਟ ਇਜ਼ ₹1। ਤਾਂ ਉੱਪਰਲੇ ਫਾਰਮੂਲੇ ਦੇ ਵਿੱਚ ਅਸੀਂ ਵੈਲਿਊ ਸਬਸਟੀਟਿਊਟ ਕਰ ਦਈਏ ਤਾਂ ਦਿਸ ਇਜ਼ ਮਾਈਨਸ 0.375। ਇਹਦਾ ਮਤਲਬ ਚੇਂਜ ਇਨ ਬਜਟ ਸਰਪਲਸ ਜਿਹੜਾ ਹੈ, ਬਜਟ ਸਰਪਲਸ ਜਿਹੜਾ ਇਹਦਾ ਮਤਲਬ ਜਿਹੜਾ ਇਨਕਮ ਜਿਹੜੀ ਹੈ ਐਕਸਪੈਂਡੀਚਰ ਦੇ ਨਾਲੋਂ ਜ਼ਿਆਦਾ ਸੀ ਤਾਂ ਉਹ 0.375 ਕੀ ਹੈ ਘੱਟ। ਇਨਕਮ ਵਿਲ ਬੀ ਲੈਸ ਦੈਨ ਦੈਟ ਆਫ ਐਕਸਪੈਂਡੀਚਰ ਬਾਈ 0.375। ਹੁਣ ਇਹ
ਜਿਹੜੀ ਇਕੁਇਲਿਬਰੀਅਮ ਇਨਕਮ ਇਹ ਇਫੈਕਟ ਹੋ ਸਕਦੀ ਹੈ ਡਿਊ ਟੂ ਚੇਂਜ ਇਨ ਆਟੋਨਮਸ ਐਕਸਪੈਂਡੀਚਰ। ਇਸ ਆਟੋਨਮਸ ਐਕਸਪੈਂਡੀਚਰ ਦੇ ਵਿੱਚ ਅਸੀਂ ਸ਼ਾਮਿਲ ਕਰਦੇ ਹਾਂ ਆਟੋਨਮਸ ਇਨਵੈਸਟਮੈਂਟ, ਆਟੋਨਮਸ ਗਵਰਨਮੈਂਟ ਸਪੈਂਡਿੰਗ ਅਤੇ ਗਵਰਨਮੈਂਟ ਟ੍ਰਾਂਸਫਰਸ ਅਤੇ ਟੈਕਸ ਪਾਲਿਸੀ ਜਾਂ ਟੈਕਸ ਰੇਟ। ਤਾਂ ਗਵਰਨਮੈਂਟ ਸਪੈਂਡਿੰਗ ਦੇ ਇੰਪੈਕਟ ਨੂੰ ਦੇਖਣ ਦੇ ਲਈ ਸਾਨੂੰ ਅਜ਼ਿਊਮ ਕਰਨਾ ਪਏਗਾ ਕਿ ਇੱਕ ਕੰਪੋਨੈਂਟ ਜਿਹੜਾ ਆਟੋਨਮਸ ਸਪੈਂਡਿੰਗ ਦਾ ਉਹ ਚੇਂਜ ਹੋ ਰਿਹਾ ਹੈ, ਉਹ ਕੀ ਹੈ ਗਵਰਨਮੈਂਟ ਐਕਸਪੈਂਡੀਚਰ। ਬਾਕੀ ਜਿਹੜੇ ਕੰਪੋਨੈਂਟ ਹੈ ਉਸ ਨੂੰ ਅਸੀਂ ਕੀ ਮੰਨਦੇ ਹਾਂ ਕੌਨਸਟੈਂਟ ਮੰਨਦੇ ਹਾਂ। ਜਿਸ ਤਰ੍ਹਾਂ ਕਿ ਇਨਵੈਸਟਮੈਂਟ ਮਲਟੀਪਲਾਇਰ 'ਚ ਅਸੀਂ ਕਰਦੇ ਸੀਗੇ that is investor multiplier is equal to 1 upon 1 minus c। तो उसी तरह ਜਿਹੜਾ alpha g that is the government multiplier this is equal to 1 upon 1 minus c। c means market currency to consume। ਅਤੇ ਜਿਹੜਾ change in income ਹੈ change in income मतलब कि government multiplier ਕੀ ਹੋ ਗਿਆ delta मतलब change in income upon change in government expenditure that is equal to 1 upon 1 minus MPC। तो हम change in income कितना होएगा that is equal to 1 upon 1 minus C into delta G। इसी तरह टैक्स ਦੇ ਵਿੱਚ for change in tax rate tax multiplier ਕੀ ਹੋਏਗਾ that is alpha t is equal to minus C upon 1 minus C that is marginal cost to consume। मैं पहले भी दਸਿਆ ਇਹ ਮਾਈਨਸ ਦੀ ਵੈਲਿਊ ਕਿਉਂ ਹੈ ਕਿਉਂਕਿ ਮਲਟੀਪਲਾਇਰ ਅਤੇ ਟੈਕਸ ਦਾ ਜਿਹੜਾ ਰਿਲੇਸ਼ਨਸ਼ਿਪ ਹੈ that is inverse। ठीक है। जे ਅਸੀਂ ਚੇਂਜ ਇਨ ਇਨਕਮ ਅਸੀਂ ਲੈਂਦੇ ਹਾਂ ਤਾਂ ਚੇਂਜ ਇਨ ਇਨਕਮ ਇਸ ਦੀ ਵੈਲਿਊ ਜਿਹੜੀ ਹੈ ਇਸ ਤਰ੍ਹਾਂ ਆ ਜਾਏਗੀ that is 1 minus C minus C ਉੱਪਰ ਹੈਗਾ that is change in taxes। ठीक है। ਤਾਂ ਹੁਣ ਡੈਲਟਾ y ਤਾਂ ਜੇ ਚੇਂਜ ਇਨ ਇਨਕਮ ਅਸੀਂ ਲਈਏ ਡਿਊ ਟੂ ਬੋਥ ਚੇਂਜ ਇਨ ਗਵਰਨਮੈਂਟ ਐਕਸਪੈਂਡੀਚਰ ਅਤੇ ਟੈਕਸ ਰੇਟ ਦੋਨਾਂ ਦੇ ਕਾਰਨ ਜਿਹੜੀ ਇਨਕਮ ਵਿੱਚ ਚੇਂਜ ਆਏਗੀ मतलब कि जे टैक्स की वैल्यू टैक्स रेट ਅਸੀਂ ਘਟਾ ਦਿੰਦੇ ਹਾਂ ਅਤੇ ਗਵਰਨਮੈਂਟ ਐਕਸਪੈਂਡੀਚਰ ਅਸੀਂ ਵਧਾ ਦਿੰਦੇ ਹਾਂ ਤਾਂ ਗਵਰਨਮੈਂਟ ਸਪੈਂਡਿੰਗ ਮਲਟੀਪਲਾਇਰ ਪਲੱਸ ਟੈਕਸ ਮਲਟੀਪਲਾਇਰ। ਤਾਂ ਹੁਣ ਜਿੰਨਾ ਟੈਕਸ ਤੋਂ ਇਨਕਮ ਹੁੰਦੀ ਹੈ ਜਾਂ ਟੈਕਸ ਤੋਂ ਇਨਕਮ ਘਟਦੀ ਹੈ ਵੱਧਦੀ ਹੈ ਉਹਨਾਂ ਹੀ ਗਵਰਨਮੈਂਟ ਸਪੈਂਡਿੰਗ ਅਸੀਂ ਮੰਨ ਕੇ ਚੱਲਦੇ ਹਾਂ ਕਿ both are equal to each other। ਤਾਂ ਇਸ ਦਾ ਮਤਲਬ ਕਿ ਡੈਲਟਾ ਟੀ ਦੀ ਜਗ੍ਹਾ ਤੇ ਅਸੀਂ ਡੈਲਟਾ ਜੀ ਲਿਖ ਸਕਦੇ ਹਾਂ। ਹੁਣ ਡੈਲਟਾ ਜੀ ਨੂੰ ਜੇ ਅਸੀਂ ਕਾਮਨ ਲੈ ਲਈਏ ਤਾਂ ਸਾਡੇ ਕੋਲ ਗਵਰਨਮੈਂਟ ਸਪੈਂਡਿੰਗ ਮਲਟੀਪਲਾਇਰ 1 upon 1 minus C प्लस टैक्स मल्टीप्लायर है ਸਾਡੇ ਕੋਲ माइनस C upon 1 minus C। ਤਾਂ ਹੁਣ 1 minus C upon 1 minus C into delta G ਇਹਦਾ ਮਤਲਬ ਇਨਕਮ ਵਿੱਚ ਜਿਹੜੀ ਚੇਂਜ ਹੈ ਉਹ ਗਵਰਨਮੈਂਟ ਸਪੈਂਡਿੰਗ ਜਿੰਨੀ ਆਏਗੀ ਅਤੇ ਆਉਟਪੁੱਟ ਜਿੰਨਾ ਉਨਾ ਹੀ ਵਧੇਗਾ ਜਿੰਨਾ ਕਿ ਗਵਰਨਮੈਂਟ ਸਪੈਂਡਿੰਗ 'ਚ ਵਾਧਾ ਹੋਣਾ। ਅਤੇ ਜੇ ਡੈਲਟਾ ਵਾਈ ਅਪੋਨ ਡੈਲਟਾ ਜੀ ਅਸੀਂ ਲੈ ਲਈਏ ਦੈਟ ਇਜ਼ ਰੇਸ਼ੋ ਆਫ ਚੇਂਜ ਇਨ ਇਨਕਮ ਟੂ ਦਾ ਚੇਂਜ ਇਨ ਗਵਰਨਮੈਂਟ ਸਪੈਂਡਿੰਗ ਤਾਂ ਵੈਲਿਊ ਆ ਜਾਏਗੀ 1 ਦੇ ਬਰਾਬਰ। ਇਸ ਨੂੰ ਅਸੀਂ ਬੈਲੈਂਸਡ ਬਜਟ ਮਲਟੀਪਲਾਇਰ ਕਹਿੰਦੇ ਹਾਂ। ਜਦੋਂ ਇਹਦਾ ਮਤਲਬ ਕੀ ਹੋਇਆ ਕਿ ਟੈਕਸ ਅਤੇ ਗਵਰਨਮੈਂਟ ਸਪੈਂਡਿੰਗ ਦੋਨੋਂ ਅਸੀਂ ਜਦੋਂ ਦੋਨਾਂ ਦੇ ਇੰਪੈਕਟ ਨੂੰ ਮਲਟੀਪਲਾਇਰ ਤੇ ਇੰਪੈਕਟ ਦੇਖਦੇ ਹਾਂ ਕਿ ਜਿੰਨਾ ਅਸੀਂ ਗਵਰਨਮੈਂਟ ਇਨਕਮ ਵਿੱਚ ਚੇਂਜ ਕਰਦੇ ਹਾਂ ਜਾਂ ਗਵਰਨਮੈਂਟ ਸਪੈਂਡਿੰਗ 'ਚ ਚੇਂਜ ਕਰਦੇ ਹਾਂ ਦੈਟ ਮੇ ਬੀ ਬਿਕੋਜ਼ ਆਫ ਟੈਕਸਿਸ ਔਰ ਗਵਰਨਮੈਂਟ ਸਪੈਂਡਿੰਗ ਉਨਾ ਹੀ ਇਨਕਮ ਵਿੱਚ ਚੇਂਜ ਆਏਗਾ। ਅਤੇ ਜੇ ਉਨੀ ਇਨਕਮ ਵਿੱਚ ਚੇਂਜ ਆਉਂਦੀ ਹੈ ਤਾਂ ਬਜਟ ਮਲਟੀਪਲਾਇਰ ਜਿਹੜਾ ਹੈ ਉਹ 1 ਦੇ ਕੀ ਹੋਏਗਾ ਬਰਾਬਰ ਹੋਏਗਾ। ਅੱਜ ਅਸੀਂ ਇੰਨਾ ਕੁ ਕਰਨਾ ਸੀਗਾ ਤਾਂ ਹੁਣ ਅਸੀਂ ਵਿਦਿਨ 10 ਮਿੰਟਸ ਇਸ ਨੂੰ ਜੋ ਵੀ ਅਸੀਂ ਕੀਤਾ ਹੈ ਉਸ ਨੂੰ ਅਸੀਂ ਰਿਵਾਈਜ਼ ਕਰਾਂਗੇ। ਤਾਂ ਸ਼ੁਰੂ ਵਿੱਚ ਅਸੀਂ ਕੀਤਾ ਕਿ ਗਵਰਨਮੈਂਟ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਹੈ। ਫਿਸਕਲ ਪਾਲਿਸੀ ਹੁੰਦੀ ਕੀ ਹੈ? ਫਿਸਕਲ ਪਾਲਿਸੀ ਹੁੰਦੀ ਹੈ ਕਿ ਗਵਰਨਮੈਂਟ ਆਪਣੇ ਟੂਲਸ ਵਿੱਚ ਚੇਂਜਿਸ ਕਰਕੇ ਟੂਲਸ ਜਿਹੜੇ ਨੇ ਇਸਦੇ ਟੈਕਸਿਸ, ਸਪੈਂਡਿੰਗ, ਐਕਸਪੈਂਡੀਚਰ
ਅਤੇ ਮੇਨ ਬੇਸਿਕ ਟੂਲ ਇਹੀ ਹੈ। ਇਹਨਾਂ ਵਿੱਚ ਜਦੋਂ ਚੇਂਜਿਸ ਕਰਦੇ ਹੈ ਆਪਣੇ ਨਿਰਧਾਰਿਤ ਆਬਜੈਕਟਿਵਸ ਨੂੰ ਪੂਰਾ ਕਰਨ ਦੇ ਲਈ ਉਸ ਨੂੰ ਅਸੀਂ ਫਿਸਕਲ ਪਾਲਿਸੀ ਜਾਂ ਰਾਜਕੋਸ਼ੀ ਨੀਤੀ ਕਹਿੰਦੇ ਹਾਂ। ਤਾਂ ਇਸ ਰਾਜਕੋਸ਼ੀ ਨੀਤੀ ਵਿੱਚ ਤਬਦੀਲੀ ਕਰਨ ਨਾਲ ਮੇਨਲੀ ਟੈਕਸ ਵਿੱਚ ਤਬਦੀਲੀ ਕਰਨ ਦੇ ਨਾਲ ਜਾਂ ਟੈਕਸ ਪਾਲਿਸੀ ਵਿੱਚ ਚੇਂਜ ਕਰਨ ਦੇ ਨਾਲ ਅਤੇ ਗੌਰਮੈਂਟ ਦੀ ਐਕਸਪੈਂਡੀਚਰ ਵਿੱਚ ਤਬਦੀਲੀ ਕਰਨ ਦੇ ਨਾਲ ਇਨਕਮ ਵਿੱਚ ਕੀ ਤਬਦੀਲੀ ਹੁੰਦੀ ਹੈ ਅਤੇ ਕਦੋਂ ਸਰਕਾਰ ਨੂੰ ਟੈਕਸ ਜ਼ਿਆਦਾ ਅਤੇ ਘੱਟ ਲਗਾਉਣੇ ਚਾਹੀਦੇ ਹੈ ਅਤੇ ਕਦੋਂ ਸਰਕਾਰ ਨੂੰ ਐਕਸਪੈਂਡੀਚਰ ਜ਼ਿਆਦਾ ਕਰਨਾ ਚਾਹੀਦਾ ਹੈ, ਅਸੀਂ ਇਸ ਟੌਪਿਕ ਦੇ ਵਿੱਚ ਬੇਸਿਕਲੀ ਇਹੀ ਡਿਸਕਸ ਕਰਨਾ। ਤਾਂ ਮੋਟੇ ਤੌਰ ਤੇ ਅਸੀਂ ਇਹ ਕੰਕਲੂਡ ਕੀਤਾ ਕਿ ਜਦੋਂ ਟੈਕਸਿਸ ਸਰਕਾਰ ਲਗਾਉਂਦੀ ਹੈ ਤਾਂ ਲੋਕਾਂ ਦੀ ਡਿਸਪੋਜ਼ੇਬਲ ਇਨਕਮ ਜਿਹੜੀ ਹੈ ਉਹ ਘੱਟ ਜਾਂਦੀ ਹੈ। ਡਿਸਪੋਜ਼ੇਬਲ ਇਨਕਮ ਕੀ ਹੁੰਦੀ ਹੈ? ਖਰਚਯੋਗ ਆਮਦਨ, ਕਿਉਂਕਿ ਇਨਕਮ ਦੇ ਵਿੱਚੋਂ ਜੋ ਟੈਕਸਿਸ ਅਸੀਂ ਘਟਾ ਦਿੰਦੇ ਹਾਂ ਤਾਂ ਡਿਸਪੋਜ਼ੇਬਲ ਇਨਕਮ ਘੱਟ ਜਾਂਦੀ ਹੈ ਅਤੇ ਸਰਕਾਰ ਲੋਕਾਂ ਦੀ ਨੂੰ ਕਈ ਤਰ੍ਹਾਂ ਦੀਆਂ ਕੰਸੈਸ਼ਨ ਸਬਸਿਡੀਜ਼, ਕਈ ਤਰ੍ਹਾਂ ਦੇ ਪੈਨਸ਼ਨ, ਓਲਡ ਏਜ ਪੈਨਸ਼ਨ ਜਾਂ ਅਨਇੰਪਲੋਇਮੈਂਟ ਅਲਾਉਂਸਿਸ ਜਾਂ ਸਕੋਲਰਸ਼ਿਪ ਵਿਦਿਆਰਥੀਆਂ ਨੂੰ, ਗਰੀਬ ਬੱਚਿਆਂ ਨੂੰ ਸਕੋਲਰਸ਼ਿਪ ਦਿੰਦੀ ਹੈ। ਤਾਂ ਉਹ ਜਿਹੜੀਆਂ ਗੌਰਮੈਂਟ ਦੀ ਦਾ ਐਕਸਪੈਂਡੀਚਰ ਵਧਦਾ, ਲੇਕਿਨ ਇੰਡੀਵਿਜੂਅਲ ਦੀ ਕੀ ਹੈ ਇਨਕਮ ਹੋ ਜਾਂਦੀ ਹੈ। ਤਾਂ ਜਿੰਨੀ ਇੱਕ ਵਿਅਕਤੀ ਨੂੰ ਇਨਕਮ ਮਿਲਦੀ ਹੈ ਟਰਾਂਸਫਰ ਪੇਮੈਂਟ ਦੇ ਰੂਪ ਵਿੱਚ, ਉਨੀ ਡਿਸਪੋਜ਼ੇਬਲ ਇਨਕਮ ਉਹਦੀ ਵੱਧ ਜਾਂਦੀ ਹੈ, ਉਹਨਾਂ ਐਕਸਪੈਂਡੀਚਰ ਦਾ ਪੋਰਸ਼ਨ ਕੀ ਹੈ ਉਹਦਾ ਵੱਧ ਜਾਂਦਾ। ਤਾਂ ਜੇ ਅਸੀਂ ਐਗਰੀਗੇਟ ਡਿਮਾਂਡ ਲੈਂਦੇ ਹਾਂ ਤਾਂ ਟੂ ਸੈਕਟਰ ਦੇ ਵਿੱਚ ਕੰਜ਼ੰਪਸ਼ਨ ਪਲੱਸ ਇਨਵੈਸਟਮੈਂਟ ਹੁੰਦੀ ਹੈ। ਜੇ ਅਸੀਂ ਗੌਰਮੈਂਟ ਸੈਕਟਰ ਨੂੰ ਇਹਦੇ ਵਿੱਚ ਇਨਵੋਲਵ ਕਰ ਦਿੰਦੇ ਹਾਂ ਤਾਂ ਐਗਰੀਗੇਟ ਡਿਮਾਂਡ ਜਿਹੜੀ ਹੈ ਉਹ ਕੰਜ਼ੰਪਸ਼ਨ ਦੀ ਜਗ੍ਹਾ 'ਤੇ ਅਸੀਂ ਜੇ CYD ਲੈ ਲਈਏ, YD ਕੀ ਹੈ? ਡਿਸਪੋਜ਼ੇਬਲ ਇਨਕਮ ਜਿੰਨੀ ਹੋਏਗੀ ਉਸ ਦੇ ਮਾਮਲੇ ਕੈਪੈਸਿਟੀ ਟੂ ਕੰਜ਼ਿਊਮ ਜਾਂ ਕੈਪੈਸਿਟੀ ਟੂ ਕੰਜ਼ਿਊਮ ਜਿਹੜੀ ਆ ਉਹ ਨਿਰਭਰ ਕਰਦੀ ਹੈ। ਅਤੇ ਜੇ YD ਦੀ ਵੈਲਿਊ ਅਸੀਂ Y ਦੇ ਵਿੱਚੋਂ ਟੈਕਸਿਸ ਮਾਈਨਸ ਕਰਦੇ, ਟਰਾਂਸਫਰ ਪੇਮੈਂਟ ਅਸੀਂ ਐਡ ਕਰਦੇ, ਤਾਂ ਸਾਡੇ ਕੋਲ ਐਗਰੀਗੇਟ ਡਿਮਾਂਡ ਜਿਹੜੀ ਹੈ 6.3 ਬਣ ਜਾਂਦੀ ਹੈ। ਅਤੇ ਜੇ ਅਸੀਂ ਗੌਰਮੈਂਟ ਸਪੈਂਡਿੰਗ ਟਰਾਂਸਫਰ ਰੈਵਨਿਊ ਨੂੰ ਅਸੀਂ ਕੌਨਸਟੈਂਟ ਮੰਨ ਲਈਏ ਅਤੇ ਟੈਕਸਿਸ ਨੂੰ ਇਹ ਮੰਨੀਏ ਕਿ ਇਨਕਮ ਦਾ ਇੱਕ ਫਰੈਕਸ਼ਨ ਜਿਹੜਾ ਇੱਕ ਹਿੱਸਾ ਸਰਕਾਰ ਲੋਕਾਂ ਤੋਂ ਟੈਕਸ ਰੂਪ ਵਿੱਚ ਲੈਂਦੀ ਹੈ, ਤਾਂ TY ਅਸੀਂ ਸਬਸਟੀਟਿਊਟ ਕਰ ਦਈਏ ਤਾਂ ਕੰਜ਼ੰਪਸ਼ਨ ਸਾਡੇ ਕੋਲ ਇਹ 6.4 ਵਾਲੀ ਇਕੁਏਸ਼ਨ ਜਿਹੜੀ ਆ ਉਹ ਬਣ ਗਈ। ਅਤੇ ਜਦੋਂ ਅਸੀਂ ਇਹਨਾਂ ਸਾਰਿਆਂ ਨੂੰ ਸ਼ਫਲ ਰੀਸ਼ਫਲ ਕਰਦੇ ਹਾਂ ਅਤੇ ਇਹ ਜਿਹੜੀ ਵੀ ਸਪੈਂਡਿੰਗ ਹੈ ਜਿਸ ਨੂੰ ਅਸੀਂ ਆਟੋਨਮਸ ਇਨਵੈਸਟਮੈਂਟ ਕਹਿੰਦੇ ਹਾਂ, ਗਵਰਨਮੈਂਟ ਸਪੈਂਡਿੰਗ ਕਹਿੰਦੇ ਹਾਂ, ਜਾਂ ਜਿਨ੍ਹਾਂ ਨੂੰ ਅਸੀਂ ਮੰਨ ਕੇ ਚੱਲਦੇ ਹਾਂ ਕਿ ਇਹ ਕੌਨਸਟੈਂਟ ਨੇ, ਤਾਂ ਉਹਨਾਂ ਦੀ ਜਗ੍ਹਾ 'ਤੇ ਜੇ ਅਸੀਂ ਆਟੋਨਮਸ ਸਪੈਂਡਿੰਗ ਉਹਨਾਂ ਦੀ ਜਗ੍ਹਾ 'ਤੇ ਲਿਖਦੇ ਹਾਂ, ਮਤਲਬ ਕਿ ਆਟੋਨਮਸ ਸਪੈਂਡਿੰਗ ਮੀਨਸ ਉਹ ਸਪੈਂਡਿੰਗ, ਉਹ ਖਰਚ ਜਿਹੜਾ ਕਿ ਆਮਦਨ ਦੇ ਪੱਧਰ ਤੋਂ ਸੁਤੰਤਰ ਹੁੰਦਾ ਹੈ, ਜਿਹੜਾ ਕਿ ਅਸੀਂ ਖਰਚ ਕਰਨਾ ਹੀ ਹੁੰਦਾ ਹੈ, ਆਮਦਨ ਚਾਹੇ ਘੱਟ ਹੋਵੇ ਚਾਹੇ ਵੱਧ ਹੋਵੇ। ਤਾਂ ਇਨਕਮ ਵਿੱਚ ਜਿਹੜੀ ਚੇਂਜ ਹੈ, ਇਨਕਮ ਵਿੱਚ ਜਿਹੜਾ ਵਾਧਾ ਹੈ, that will be equal to autonomous spending divided by 1 minus C plus C। ਤਾਂ ਇਹ ਕਰਨ ਦੇ ਨਾਲ ਐਗਰੀਗੇਟ ਡਿਮਾਂਡ ਕਰਵ ਜਿਹੜੀ ਹੈ AD2 ਫਲੈਟਰ ਹੋ ਜਾਏਗੀ ਜਦੋਂ ਗਵਰਨਮੈਂਟ ਸਪੈਂਡਿੰਗ ਕਰਦੀ ਹੈ, ਪਰੰਤੂ ਇਨਕਮ ਦਾ ਲੈਵਲ ਜਿਹੜਾ ਹੈ ਉਹ ਕੀ ਹੈ Y1 ਤੋਂ ਵੱਧ ਕੇ ਕੀ ਹੋ ਜਾਏਗਾ Y2 ਹੋ ਜਾਏਗਾ। ਤਾਂ ਚੇਂਜ ਇਨ ਇਨਕਮ ਅਪੋਨ ਚੇਂਜ ਇਨ ਆਟੋਨਮਸ ਇਨਵੈਸਟਮੈਂਟ, ਇਸ ਦਾ ਜਿਹੜਾ ਫਾਰਮੂਲਾ ਹੈ ਉਹ ਇਹ ਵਾਲਾ। ਇਸ ਦੇ ਵਿੱਚ ਜੇ ਅਸੀਂ ਵੈਲਿਊ ਸਬਸਟੀਟਿਊਟ ਕਰਦੇ ਹਾਂ, ਇਹਦਾ ਮਤਲਬ ਜੇ ਗਵਰਨਮੈਂਟ ਸੈਕਟਰ ਇਨਵੋਲਵ ਹੁੰਦਾ ਹੈ ਤਾਂ ਜਿਹੜੀ ਵੈਲਿਊ ਆਫ ਮਲਟੀਪਲਾਇਰ ਜਿਹੜੀ ਹੈ ਉਹ ਕੀ ਹੈ ਘੱਟ ਜਾਂਦੀ ਹੈ। ਇਸ ਐਗਜ਼ਾਮਪਲ ਤੋਂ ਅਸੀਂ ਇਹ ਡਿਸਕਸ ਕੀਤਾ। ਅਤੇ ਜਦੋਂ ਗਵਰਨਮੈਂਟ ਐਕਸਪੈਂਡੀਚਰ ਕਰਦੀ ਹੈ ਐਗਰੀਗੇਟ ਡਿਮਾਂਡ ਵੱਧ ਜਾਂਦੀ ਹੈ ਅਤੇ ਐਗਰੀਗੇਟ ਡਿਮਾਂਡ ਵਧਣ ਦੇ ਨਾਲ ਜਿਹੜਾ ਇਕੁਇਲੀਬ੍ਰੀਅਮ ਲੈਵਲ ਹੈ ਉਹ ਸ਼ਿਫਟ ਹੋ ਕੇ E0 ਤੋਂ ਵੱਧ ਕੇ E1 ਹੋ ਜਾਂਦਾ ਹੈ ਅਤੇ ਇਨਕਮ ਜਿਹੜੀ ਹੈ ਉਹ Y0 ਤੋਂ ਵੱਧ ਕੇ ਕਿੰਨੀ ਹੋ ਜਾਂਦੀ ਹੈ Y1 ਹੋ ਜਾਂਦੀ ਹੈ। ਇਹ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਟੈਕਸ ਵਿੱਚ ਤਬਦੀਲੀ ਕਰਨ ਦੇ ਨਾਲ ਇਨਕਮ 'ਤੇ ਕੀ ਪ੍ਰਭਾਵ ਪੈਂਦਾ ਹੈ
ਸਪੈਸ਼ਲੀ ਜਦੋਂ ਟੈਕਸ ਰੇਟ ਘਟਾਉਂਦੇ ਆ ਤਾਂ ਜਿਹੜੀ ਡਿਸਪੋਜ਼ਲ ਇਨਕਮ ਕੀ ਹੈ ਉਹ ਜ਼ਿਆਦਾ ਹੋ ਜਾਂਦੀ ਹੈ। ਤਾਂ ਡਿਸਪੋਜ਼ਲ ਇਨਕਮ ਜ਼ਿਆਦਾ ਹੋਣ ਦੇ ਨਾਲ ਐਗਰੀਗੇਟ ਡਿਮਾਂਡ ਕਰਵ ਜਿਹੜੀ ਹੈ ਉਹ ਉਹਦੀ ਸਲੋਪ ਕੀ ਹੈ ਜ਼ਿਆਦਾ ਹੋ ਜਾਂਦੀ ਹੈ ਅਤੇ ਇਨਕਮ ਦਾ ਲੈਵਲ ਜਿਹੜਾ ਹੈ ਉਹ Y0 ਤੋਂ ਵੱਧ ਕੇ ਕੀ ਹੋ ਜਾਂਦਾ ਹੈ Y2 ਹੋ ਜਾਂਦਾ ਹੈ। ਇਸ ਦੇ ਵਿੱਚ ਇੱਕ ਪੋਰਸ਼ਨ ਅਸੀਂ ਚੇਂਜ ਇਨ ਟੈਕਸ ਦਾ ਦਿੱਤਾ ਹੋਇਆ, ਇਸੇ ਤਰ੍ਹਾਂ ਅਸੀਂ ਚੇਂਜ ਇਨ ਰੈਵਨਿਊ ਦਿੱਤਾ ਹੈ ਕਿ ਰੈਵਨਿਊ ਦੀ ਟ੍ਰਾਂਸਫਰ ਪੇਮੈਂਟਸ ਦੇ ਨਾਲ ਇਨਕਮ ਵਿੱਚ ਕੀ ਚੇਂਜ ਆਉਂਦੀ ਹੈ ਅਤੇ ਟੈਕਸ ਵਿੱਚ ਚੇਂਜ ਕਰਨ ਦੇ ਨਾਲ ਇਨਕਮ ਵਿੱਚ ਕੀ ਚੇਂਜ ਆਉਂਦੀ ਹੈ, ਉਸ ਦੇ ਇੰਪੈਕਟ ਨੂੰ ਅਸੀਂ ਡਿਸਕਸ ਕੀਤਾ। ਤਾਂ ਇਸ ਡਾਇਗਰਾਮ ਦੇ ਵਿੱਚ ਅਸੀਂ ਗੌਰਮੈਂਟ ਬਜਟ ਦੀ ਗੱਲ ਕੀਤੀ ਹੈ। ਤਾਂ ਸਰਕਾਰ ਦੀ ਆਮਦਨ ਦਾ ਸਾਧਨ ਟੈਕਸਿਸ ਹੈ, ਅਸੀਂ ਗੱਲ ਕਰ ਚੁੱਕੇ ਹਾਂ। ਇਹਦੇ ਵਿੱਚੋਂ ਗੌਰਮੈਂਟ ਕੁਝ ਖਰਚ ਕਰਦੀ ਹੈ, ਕੁਝ ਟ੍ਰਾਂਸਫਰ ਪੇਮੈਂਟ ਹੁੰਦੀ ਹੈ, ਉਹਨੂੰ ਅਸੀਂ ਮਾਈਨਸ ਕਰ ਦਿੰਦੇ ਹਾਂ। ਜੇ ਸਰਕਾਰ ਦੇ ਐਕਸਪੈਂਡੀਚਰ ਅਤੇ ਟ੍ਰਾਂਸਫਰ ਪੇਮੈਂਟ ਇਹ ਇਨਕਮ ਨਾਲੋਂ ਘੱਟ ਹੋਣ ਤਾਂ ਬਜਟ ਸਰਪਲਸ ਹੁੰਦਾ ਹੈ। ਤਾਂ ਜੇ ਖਰਚ ਜ਼ਿਆਦਾ ਹੋਵੇ ਇਨਕਮ ਦੇ ਨਾਲੋਂ ਤਾਂ ਬਜਟ ਜਿਹੜਾ ਹੈ ਉਹ ਡੈਫਿਸਿਟ ਹੈ। ਤਾਂ Y0 ਪੱਧਰ ਦੇ ਉੱਤੇ ਇਨਕਮ ਅਤੇ ਸਪੈਂਡਿੰਗ ਜਿਹੜੀ ਹੈ ਉਹ ਇੱਕ ਦੂਜੇ ਦੇ ਬਰਾਬਰ ਨੇ, ਇੱਥੇ ਬੈਲੈਂਸ ਹੋ ਗਿਆ। ਇਸ ਦੇ ਲੈਫਟ ਹੈਂਡ ਸਾਈਡ ਤੇ ਲੋਅਰ ਪੋਰਸ਼ਨ ਦੇ ਵਿੱਚ ਇਹ ਖਰਚ ਜਿਹੜਾ ਹੈ ਸਰਕਾਰ ਦਾ ਉਹ ਜ਼ਿਆਦਾ ਹੈ ਅਤੇ ਰਾਈਟ ਹੈਂਡ ਸਾਈਡ ਪੋਰਸ਼ਨ ਤੇ ਬਜਟ ਸਰਪਲਸ ਹੈ, ਕਿਉਂਕਿ ਇਨਕਮ ਜਿਹੜਾ ਹੈ ਉਹ ਗੌਰਮੈਂਟ ਸਪੈਂਡਿੰਗ ਦੇ ਨਾਲੋਂ ਅਤੇ ਟ੍ਰਾਂਸਫਰ ਰੈਵਨਿਊ ਦੇ ਨਾਲੋਂ ਕੀ ਹੈ ਜ਼ਿਆਦਾ। ਇਸ ਦੇ ਵਿੱਚ ਅਸੀਂ ਇੰਪੈਕਟ ਆਫ ਬਜਟ ਟੈਕਸੀ ਅਤੇ ਗਵਰਨਮੈਂਟ ਸਪੈਂਡਿੰਗ ਦੀ ਅਸੀਂ ਗੱਲ ਕੀਤੀ ਹੈ ਕਿ ਟੈਕਸੀ ਦਾ ਇੰਪੈਕਟ ਕੀ ਹੁੰਦਾ ਹੈ ਅਤੇ ਗਵਰਨਮੈਂਟ ਸਪੈਂਡਿੰਗ ਦਾ ਇੰਪੈਕਟ ਕੀ ਹੁੰਦਾ ਹੈ। ਇਹ ਪੂਰਾ ਅਸੀਂ ਡਿਸਕਸ ਕੀਤਾ ਸੀ ਅਤੇ ਡਿਸਕਸ ਕਰਕੇ ਅਸੀਂ ਇਹ ਦੱਸਿਆ ਸੀ ਕਿ ਜੇ ਟੈਕਸ ਗਵਰਨਮੈਂਟ ਲਗਾਉਂਦੀ ਹੈ ਘਟਾਉਂਦੀ ਹੈ ਤਾਂ ਬਜਟ ਸਰਪਲਸ ਜਿਹੜਾ ਹੈ ਉਹ 0.375 ਕੀ ਹੈ ਘੱਟ। ਅਤੇ ਫਿਰ ਅਸੀਂ ਦੱਸਿਆ ਸੀਗਾ ਬੈਲੈਂਸ ਬਜਟ ਦੀ ਗੱਲ ਕੀਤੀ ਹੈ। ਤਾਂ ਬੈਲੈਂਸ ਬਜਟ ਦੇ ਵਿੱਚ ਜਿੰਨਾ ਗਵਰਨਮੈਂਟ ਐਕਸਪੈਂਡੀਚਰ ਕਰਦੀ ਹੈ ਉਨਾ ਹੀ ਇਨਕਮ ਵਿੱਚ ਚੇਂਜ ਹੁੰਦਾ। ਜੇ ਅਸੀਂ ਚੇਂਜ ਇਨ ਇਨਕਮ ਰੇਸ਼ੋ ਲੈਂਦੇ ਹਾਂ, ਚੇਂਜ ਇਨ ਇਨਕਮ ਟੂ ਦਾ ਚੇਂਜ ਇਨ ਗਵਰਨਮੈਂਟ ਐਕਸਪੈਂਡੀਚਰ, ਤਾਂ ਜਿਹੜੀ ਵੈਲਿਊ ਹੈ ਉਹ 1 ਦੇ ਬਰਾਬਰ ਆਉਂਦੀ ਹੈ। ਜਦੋਂ ਵੈਲਿਊ 1 ਦੇ ਬਰਾਬਰ ਆਉਂਦੀ ਹੈ ਤਾਂ ਇਸ ਨੂੰ ਅਸੀਂ ਬੈਲੈਂਸ ਬਜਟ ਮਲਟੀਪਲਾਈ ਕਰਦੇ ਹਾਂ। ਠੀਕ ਹੈ, ਤਾਂ ਇਸ ਦੇ ਬੈਲੈਂਸ ਬਜਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਦੇ ਵਿੱਚ ਅਸੀਂ ਸਪੈਸ਼ਲੀ ਇਸ ਸਲਾਈਡ ਦੇ ਵਿੱਚ ਅਸੀਂ ਇੰਪੈਕਟ ਆਫ ਟੈਕਸਿਸ ਐਜ਼ ਵੈਲ ਐਜ਼ ਗਵਰਨਮੈਂਟ ਐਕਸਪੈਂਡੀਚਰ ਦੋਨਾਂ ਦੇ ਇੰਪੈਕਟ ਨੂੰ, ਦੋਨਾਂ ਦੇ ਪ੍ਰਭਾਵ ਨੂੰ ਅਸੀਂ ਲੈ। ਟੈਕਸ ਦੇ ਨਾਲ ਇਨਕਮ ਕੀ ਹੈ ਘਟਦੀ ਹੈ ਲਗਾਉਣ ਦੇ ਨਾਲ ਲੋਕਾਂ ਦੀ, ਅਤੇ ਗਵਰਨਮੈਂਟ ਸਪੈਂਡਿੰਗ ਦੇ ਨਾਲ ਲੋਕਾਂ ਦੀ ਇਨਕਮ ਦੇ ਵਿੱਚ ਵਾਧਾ ਹੁੰਦਾ। ਅੱਜ ਅਸੀਂ ਇਹਨਾਂ ਡਿਸਕਸ ਕਰਾਂਗੇ। ਥੈਂਕ ਯੂ।